So this is our final practice session for the interview, and I'm going to ask questions from Satyam. आवाज आ रही मेरी? हाँ जी सर जी, आ रही है जी। Okay. What is the name of your wife? Razia Khan. Where does she live? She lives in Surrey, BC, Canada. How did you meet her for the first time? I met Razia first time at Mahalakshmi Narayan Temple. What were you doing at the temple? I am doing a volunteer in this temple. ਸਰ ਤੁਸੀਂ ਆਪਣੇ ਪੰਜਾਬੀ ਚ ਬੋਲ ਸਕਦੇ ਹੋ, ਕੋਈ ਚੱਕਰ ਨਹੀਂ, ਕਿਉਂਕਿ ਤੁਹਾਨੂੰ ਇੰਟਰਪ੍ਰੀਟਰ ਕਰਨਾ। ਤੁਸੀਂ ਪੰਜਾਬੀ ਚ ਬੋਲੋ, ਮੈਂ ਇੰਗਲਿਸ਼ ਬੋਲਾਂਗਾ। ਤੁਸੀਂ ਆਪਣਾ ਜਵਾਬ ਨਾ ਪੰਜਾਬੀ ਚ ਰੱਖੋ। ਠੀਕ ਹੈ। What were you doing at the temple? ਮੈਂ ਮੰਦਿਰ ਦੇ ਵਿੱਚ ਵਲੰਟੀਅਰ ਕਰਨ ਤੇ ਰੋਟੀ ਖਾਣ ਗਿਆ ਸੀ। ਤੁਸੀਂ ਕੈਨੇਡਾ ਕਿਸ ਤਰ੍ਹਾਂ ਪਹੁੰਚ ਗਏ? ਮੈਂ ਕੈਨੇਡਾ ਐਜ਼ ਅ ਵਰਕ ਪਰਮਿਟ ਦੇ ਤੌਰ ਤੇ ਪਹੁੰਚੇ। ਫਿਰ ਕੀ ਹੋਇਆ? ਕਿਹੜੀ ਜੌਬ ਸੀ ਤੁਹਾਡੇ ਕੋਲ? ਕਿਸ ਤਰ੍ਹਾਂ ਕੀ ਜੌਬ ਕਰਦੇ ਸੀ, ਉਹਦੇ ਬਾਰੇ ਦੱਸੋ। ਮੈਂ ਕੈਨੇਡਾ ਦੇ ਵਿੱਚ ਪਹੁੰਚਿਆ ਸੀ ਐਜ਼ ਅ ਵਰਕ ਪਰਮਿਟ ਸੀਮੈਂਟ ਫਿਨਿਸ਼ਰ ਦੇ ਬਿਹਾਫ ਤੇ, ਪਰ ਉੱਥੇ ਮੇਰੇ ਨਾਲ ਜਾ ਕੇ ਇਮੀਗ੍ਰੇਸ਼ਨ ਮੇਰੇ ਲਾਇਰ ਨੇ ਮੇਰੇ ਨਾਲ ਫਰਾਡ ਕਰਿਆ, ਇਸ ਕਰਕੇ ਮੈਨੂੰ ਉੱਥੇ ਜੌਬ ਨਹੀਂ ਮਿਲ ਸਕੀ ਤੇ ਮੈਂ ਉਸ ਦਿਨਾਂ ਦੇ ਵਿੱਚ ਨਾ ਹੀ ਮੇਰੇ ਕੋਲ ਜੌਬ ਸੀ ਤੇ ਨਾ ਹੀ ਮੇਰੇ ਕੋਲ ਪੈਸੇ ਸੀ। ਆਰਥਿਕ ਤੰਗੀਆਂ ਕਰਕੇ ਮੈਂ ਆਪਣੇ ਘਰੇ ਹੀ ਰਹਿੰਦਾ ਸੀ। ਠੀਕ ਹੈ, ਫਿਰ ਉਹਦੇ ਬਾਅਦ ਪੂਰੀ ਕਹਾਣੀ ਕੰਪਲੀਟ ਯੋਰ ਸਟੋਰੀ। ਓਕੇ। ਤੇ ਉਸ ਤੋਂ ਬਾਅਦ ਮੈਂ ਉੱਥੇ ਆਰਥਿਕ ਤੰਗੀਆਂ ਦੇ ਨਾਲ ਗੂੰਜ ਰਿਹਾ ਸੀ, ਨਾ ਹੀ ਮੇਰੇ ਕੋਲ ਪੈਸੇ ਸਨ ਤੇ ਨਾ ਹੀ ਮੇਰੇ ਕੋਲ ਖਾਣ ਦੇ ਲਈ ਜ਼ਿਆਦਾ ਸਮਾਨ ਸੀ। ਤੇ ਮੈਨੂੰ ਉੱਥੇ ਦੇ ਕੁਝ ਵਸਦਿੰਦਾ ਲੋਕਾਂ ਨੇ ਦੱਸਿਆ ਕਿ ਉਰੇ ਮੰਦਿਰ ਚਾਹੇ ਗੁਰਦੁਆਰੇ ਦੇ ਵਿੱਚ ਖਾਣਾ ਖਾਣ ਨੂੰ ਮਿਲਦਾ ਹੈ, ਤੇ ਮੈਂ ਹੌਲੀ ਹੌਲੀ ਫਿਰ ਮੰਦਿਰ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਮੈਂ ਵਲੰਟੀਅਰ ਵੀ ਕਰਦਾ ਸੀ ਤੇ ਨਾਲ ਖਾਣਾ ਵਗੈਰਾ ਵੀ ਜਿਸ ਦਿਨ ਲੰਗਰ ਚੱਲਦਾ ਸੀ ਖਾਂਦਾ ਸੀ। ਫਿਰ ਹੌਲੀ ਹੌਲੀ ਮੇਰੀ ਉੱਥੇ ਦੇ ਲੋਕਾਂ ਦੇ ਨਾਲ ਮੁਲਾਕਾਤ ਹੋਣੀ ਸ਼ੁਰੂ ਹੋਈ। ਉਹਨਾਂ ਨੇ ਮੈਨੂੰ ਉਸ ਕੰਟਰੀ ਦੇ ਬਾਰੇ ਦੱਸਣਾ ਸ਼ੁਰੂ ਕਰਿਆ। ਫਿਰ ਉੱਥੇ ਅਚਾਨਕ ਇੱਕ ਦਿਨ ਮੇਰੀ ਰਜ਼ੀਆ ਦੇ ਨਾਲ ਮੁਲਾਕਾਤ ਹੋਈ। ਉਸ ਦਿਨ ਰਜ਼ੀਆ ਦੀ ਅੱਖਾਂ ਬਹੁਤ ਹੀ ਖੂਬਸੂਰਤ ਸਨ, ਨੈਣ ਉਹਦੇ ਬਹੁਤ ਹੀ ਖੂਬਸੂਰਤ ਸਨ। ਉਹਨੇ ਬੜਾ Wait a second. When was the date of the first meeting? 15th May 2018. Okay, then continue please. ਹਾਂਜੀ, ਉਸ ਵਕਤ ਰਜ਼ੀਆ ਨੇ ਬਹੁਤ ਹੀ ਖੂਬਸੂਰਤ ਪਰਫਿਊਮ ਲਗਾਇਆ ਹੋਇਆ ਸੀ ਤੇ ਮੈਂ ਵੀ ਬਹੁਤ ਹੀ ਦੁਖੀ ਸੀ। ਰਜ਼ੀਆ ਵੀ ਇਕੱਲੀ ਸੀ। ਮੈਂ ਉਹਨੂੰ ਹੈਲੋ ਕਰੀ ਔਰ ਅਸੀਂ ਦੋਨਾਂ ਨੇ ਆਪਸ ਦੇ ਵਿੱਚ ਇੱਕ ਦੂਸਰੇ ਦਾ ਹਾਲ ਪੁੱਛਿਆ ਤੇ ਹੌਲੀ ਹੌਲੀ ਹੈਲੋ ਤੋਂ ਕਰਦੇ ਕਰਾਉਂਦੇ ਸਾਡੀ ਦੋਸਤੀ ਅੱਗੇ ਵਧਣਾ ਸ਼ੁਰੂ ਹੋ ਗਈ। ਓਕੇ, ਦੋਸਤੀ ਤੁਹਾਡੀ ਵਧਣਾ ਸ਼ੁਰੂ ਹੋ ਗਈ। ਉਹਦੇ ਬਾਅਦ ਫਿਰ ਮਤਲਬ ਕਿ romantic relationship ਕਦੋਂ ਹੋਏ? When did you started developing a romance and relationship with this girl? ਜਦੋਂ ਮੈਂ ਰਜ਼ੀਆ ਨੂੰ ਮਿਲਣਾ ਲਗਾਤਾਰ ਮੰਦਿਰ ਆਉਂਦੇ ਜਾਂਦੇ ਰਹਿੰਦੇ ਸੀ, ਟਵਾਈਸ ਆ ਵੀਕ ਮਿਲਦੇ ਰਹਿੰਦੇ ਸੀ। ਫਿਰ ਹੌਲੀ ਹੌਲੀ ਰਜ਼ੀਆ ਮੈਨੂੰ 96 ਐਵਨਿਊ ਸਰੀ ਤੇ ਜੋ ਹੈ ਉੱਥੇ ਮਿਲਣਾ ਟਿਮ ਹੋਟਨਸ ਤੇ ਸ਼ੁਰੂ ਕਰ ਦਿੱਤਾ। ਉਹ ਮੈਨੂੰ ਅਕਸਰ ਉੱਥੇ ਕਾਫੀ ਵਗੈਰਾ ਬਾਏ ਕਰਕੇ ਦੇ ਦਿੰਦੀ ਸੀ। ਉੱਥੇ ਹੀ ਅਸੀਂ ਆਪਣੇ ਫਸਟ ਟਾਈਮ ਆਪਣਾ ਨੰਬਰ ਐਕਸਚੇਂਜ ਕਰੇ, ਇੱਕ ਦੂਸਰੇ ਨੂੰ ਹੈਲੋ ਹਾਏ ਭੇਜੀ ਜੂਨ 18 2018 ਨੂੰ। ਉਸ ਤੋਂ ਬਾਅਦ ਮੈਂ ਰਜ਼ੀਆ ਦੇ ਨਾਲ ਆਪਣੀ ਪਰਸਨਲ ਗੱਲਾਂ ਵੀ ਸ਼ੇਅਰ ਕਰਨੀਆਂ, ਰਜ਼ੀਆ ਨੇ ਵੀ ਮੇਰੇ ਨਾਲ ਆਪਣੀ ਪਰਸਨਲ ਗੱਲਾਂ ਸ਼ੇਅਰ ਕਰਨੀਆਂ, ਕਿਉਂਕਿ ਮੇਰੇ ਨਾਲ ਉੱਥੇ ਹੀ ਆਲਰੇਡੀ ਫਰਾਡ ਹੋਇਆ ਸੀ। ਮੇਰੀ ਇੰਗਲਿਸ਼ ਵੀ ਕਮਜ਼ੋਰ ਸੀ ਤੇ ਮੈਨੂੰ ਉਸ ਕੰਟਰੀ ਦੇ ਬਾਰੇ ਪਤਾ ਵੀ ਨਹੀਂ ਸੀ। ਤੇ ਮੈਨੂੰ ਹੌਲੀ ਹੌਲੀ ਰਜ਼ੀਆ ਨੇ ਗਾਈਡ ਕਰਨਾ ਸ਼ੁਰੂ ਕਰਿਆ, ਮੇਰੇ ਲਈ ਹੈਲਪ ਕਰਨੀ ਸ਼ੁਰੂ ਕਰੀ। ਇਸ ਤਰ੍ਹਾਂ ਹੀ ਅਸੀਂ ਦੋਨੋਂ ਦੁਖੀ ਸੀ, ਇੱਕ ਦੂਸਰੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਦੇ ਕਰਦੇ ਅਸੀਂ ਦੋਨੋਂ ਜਾਣੇ ਇੱਕ ਦੂਸਰੇ ਦਾ ਸਾਥ ਇੰਨਾ ਵਧੀਆ ਲੱਗਿਆ ਕਿ ਅਸੀਂ ਅੱਗੇ ਆਪਣਾ ਰੋਮਾਂਸ ਸ਼ੁਰੂ ਕਰਤਾ। ਇਕੱਠੇ ਸ਼ਾਪਿੰਗ ਕਰਨਾ, ਇਕੱਠੇ ਘੁੰਮਣ ਫਿਰਨ ਜਾਣਾ, ਵਾਈਟ ਰੌਕ ਜੋ ਕਿ ਕੈਨੇਡਾ ਦੇ ਵਿੱਚ ਬੀਚ ਹੈ ਉੱਥੇ ਵੀ ਜਾਂਦੇ ਰਹੇ, ਪਾਰਕ ਦੇ ਵਿੱਚ ਘੁੰਮਦੇ ਰਹੇ, ਈਵਨ ਕਿ ਅਸੀਂ ਵੈਨਕੂਵਰ ਵੀ ਇਕੱਠੇ ਹੀ ਆਉਂਦੇ ਜਾਂਦੇ ਰਹੇ। What were the things that were common between you and her? ਤੁਹਾਡੇ ਦੋਨਾਂ ਵਿਚਕਾਰ ਕਿਹੜੀ ਗੱਲਾਂ ਜਿਹੜੀ ਹੈ ਸਿਮਿਲੈਰਿਟੀ ਹੈ, ਕਾਮਨ ਬੈਕਗ੍ਰਾਉਂਡ ਹੈ, ਜਿਹਨੂੰ ਲੈ ਕੇ ਤੁਸੀਂ ਇੱਕ ਦੂਜੇ ਦੇ ਨੇੜੇ ਆਏ? ਅਕਸਰ ਮੇਰੇ ਕੋਲ ਉੱਥੇ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਸੀ ਆਪਣੇ ਵਰਕ ਪਰਮਿਟ ਨੂੰ ਲੈ ਕੇ, ਤੇ ਕਿਉਂਕਿ ਮੇਰੇ ਨਾਲ ਉੱਥੇ ਮੇਰਾ ਵਰਕ ਪਰਮਿਟ ਹੋਣ ਕਰਕੇ ਮੈਨੂੰ ਕੰਮ ਨਾ ਮਿਲ ਸਕਿਆ, ਇਸ ਕਰਕੇ ਮੈਂ ਬਹੁਤ ਪਰੇਸ਼ਾਨ ਰਹਿੰਦਾ ਸੀ। ਤੇ ਰਜ਼ੀਆ ਵੀ ਉੱਥੇ ਅਕਸਰ ਹੀ ਇਹਦੇ ਆਲਰੇਡੀ ਹੀ ਪਹਿਲਾਂ 2 ਵਾਰੀ ਮੈਰਿਜ ਇਹਦੀ ਖਰਾਬ ਹੋ ਚੁੱਕੀ ਸੀ। ਇਹ ਬਹੁਤ ਹੀ ਜ਼ਿਆਦਾ ਡਿਪਰੈਸ ਰਹਿੰਦੀ ਸੀ, ਇਸ ਕਰਕੇ ਇਹ ਮੰਦਿਰ ਦੇ ਵਿੱਚ ਵਲੰਟੀਅਰ ਕਰਨ ਆਉਂਦੀ ਰਹਿੰਦੀ ਸੀ। ਅਸੀਂ ਦੋਨੋਂ ਜਦੋਂ ਆਪਸ ਦੇ ਵਿੱਚ ਆਪਣੀਆਂ ਇੱਕ ਦੂਸਰੇ ਨੂੰ ਗੱਲਾਂ ਸ਼ੇਅਰ ਕਰਦੇ ਸੀ ਤੇ ਰਜ਼ੀਆ ਆਪਣੇ ਪੁਰਾਣੇ ਦੁੱਖ ਮੇਰੇ ਨਾਲ ਸ਼ੇਅਰ ਕਰਦੀ ਸੀ,
ਤੇ ਸਾਨੂੰ ਦੋਨਾਂ ਨੂੰ ਇੱਕ ਦੂਸਰੇ ਦਾ ਸਾਥ ਇੰਨਾ ਵਧੀਆ ਲੱਗਣਾ ਸ਼ੁਰੂ ਹੋ ਗਿਆ। ਮੈਨੂੰ ਜਦੋਂ ਕੋਈ ਖਾਣਾ ਵਗੈਰਾ ਖਾਣ ਦੀ ਪ੍ਰੋਬਲਮ, ਚਾਹੇ ਮੈਨੂੰ ਇੰਗਲਿਸ਼ ਦੇ ਵਿੱਚ ਪ੍ਰੋਬਲਮ, ਮੇਰੀ ਲੀਗਲ ਐਡਵਾਈਸ, ਮੈਨੂੰ ਕੁਛ ਸਮਾਨ ਲੈਣਾ। ਇਹ ਸਵਾਲ ਦਾ ਜਵਾਬ ਇੱਥੋਂ ਨਹੀਂ ਸ਼ੁਰੂ ਕਰਨਾ, ਕਹਾਣੀ ਤੁਹਾਡੀ ਠੀਕ ਹੈ, ਲੇਕਿਨ ਜਵਾਬ ਸ਼ੁਰੂ ਕਰਨਾ ਹੈ ਕਿ ਵੀ ਅਸੀਂ ਦੋਨੋਂ ਪਰੇਸ਼ਾਨ ਤੇ ਹਲਕਾਨ ਸਨ ਪਹਿਲਾਂ। ਉਹ ਆਪਣੀ ਜ਼ਿੰਦਗੀ 'ਚ ਪਰੇਸ਼ਾਨ ਹੈ, ਮੈਂ ਆਪਣੀ ਜ਼ਿੰਦਗੀ 'ਚ ਪਰੇਸ਼ਾਨ ਹੈ, ਤਾਂ ਇੱਥੋਂ ਕਹਾਣੀ ਸ਼ੁਰੂ ਹੋਣੀ। ਇਹ ਕਹਿ ਕੇ ਦੁਬਾਰਾ ਸ਼ੁਰੂ ਕਰੋ ਆਨਸਰ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨ ਸੀ ਤੇ ਰਜੀਆ ਵੀ ਆਪਣੀ ਲਾਈਫ ਨੂੰ ਲੈ ਕੇ ਪਰੇਸ਼ਾਨ ਸੀ। ਫਿਰ ਅਸੀਂ ਦੋਨੋਂ ਇੱਕ ਦੂਸਰੇ ਨੂੰ ਮਿਲਦੇ ਰਹੇ। ਮੇਰਾ ਵਰਕ ਪਰਮਿਟ ਖਰਾਬ ਹੋ ਜਾਣ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਤੇ ਰਜੀਆ ਦਾ ਆਪਣਾ ਪੁਰਾਣਾ ਇਹਦਾ ਡਿਵੋਰਸ 2 ਵਾਰੀ ਜੋ ਹੋ ਚੁੱਕਾ ਹੈ, ਉਹਦੇ ਕਰਕੇ ਇਹ ਬਹੁਤ ਹੀ ਪਰੇਸ਼ਾਨ ਰਹਿੰਦੀ ਸੀ। ਫਿਰ ਅਸੀਂ ਦੋਨੋਂ ਜਾਣੇ ਆਪਸ ਦੇ ਵਿੱਚ ਨਿੱਜੀ ਗੱਲਾਂ ਹਮੇਸ਼ਾ ਡਿਸਕਸ ਕਰਦੇ ਰਹਿੰਦੇ ਸੀ, ਜਿਸ ਕਰਕੇ ਮੈਨੂੰ ਉੱਥੇ ਆਪਣੇ ਵਰਕ ਪਰਮਿਟ ਦੇ ਰਿਗਾਰਡਿੰਗ ਜਾਂ ਮੈਨੂੰ ਮੇਰੀ ਇੰਗਲਿਸ਼ ਕਮਜ਼ੋਰ ਹੋਣ ਕਰਕੇ ਕੋਈ ਵੀ ਲੀਗਲ ਹੈਲਪ ਦੇ ਲਈ ਰਜ਼ੀਆ ਮੇਰੀ ਹਮੇਸ਼ਾ ਹੀ ਹੈਲਪ ਕਰਦੀ ਰਹਿੰਦੀ ਸੀ। ਖਾਣਾ ਖਾਣਾ, ਖਾਣਾ ਖਿਲਾਉਣਾ, ਲੈ ਕੇ ਆਉਣਾ ਜਾਂ ਕਿਤੇ ਆਉਣਾ ਜਾਣਾ, ਉਹਦੇ ਵਿੱਚ ਇਹ ਮੈਨੂੰ ਰਾਈਡ ਵੀ ਦਿੰਦੀ ਰਹਿੰਦੀ ਸੀ। ਸਾਨੂੰ ਦੋਨਾਂ ਨੂੰ ਇੱਕ ਦੂਸਰੇ ਦਾ ਸਾਥ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਸੀ। ਇਸ ਕਰਕੇ ਅਸੀਂ ਆਪਣਾ ਰੋਮਾਂਸ ਦੇ ਵਿੱਚ ਚਲੇ ਗਏ। ਇਕੱਠੇ ਸ਼ਾਪਿੰਗ ਕਰਨਾ, ਇਕੱਠੇ ਘੁੰਮਦੇ ਫਿਰਦੇ ਰਹਿਣਾ, ਇਕੱਠੇ ਅਸੀਂ ਵਾਈਟ ਰੌਕ ਬੀਚ ਤੇ ਜਾਣਾ ਤੇ ਵੈਨਕੂਵਰ ਵੀ ਇਕੱਠੇ ਆਉਂਦੇ ਜਾਂਦੇ ਰਹਿੰਦੇ ਸੀ। ਤੇ ਫਿਰ ਇਹ ਸਾਰਾ ਜੋ ਕੁਝ ਹੋਇਆ, ਜੋ ਦੋਸਤੀ ਰੋਮਾਂਸ ਹੋ ਰਿਹਾ, ਤੇ ਕਦੋਂ ਤੁਹਾਨੂੰ ਲੱਗਿਆ ਜਾਂ ਉਹਨੂੰ ਲੱਗਿਆ ਕਿ ਵੀ ਹੁਣ ਆਪਾਂ ਸੀਰੀਅਸ ਹੋ ਕੇ ਕੁਝ ਵਿਆਹ ਦੀ ਗੱਲ ਕਰਨੀ ਹੈ? when did you decide to get serious and then decide on the marriage? 18 ਅਕਤੂਬਰ 2018 ਨੂੰ ਰਜ਼ੀਆ ਨੇ ਮੈਨੂੰ ਪਹਿਲੇ ਦਿਨ ਆਪਣੇ ਘਰ ਬੁਲਾਇਆ ਲੰਚ ਦੇ ਉੱਤੇ। ਉੱਥੇ ਉਹਨੇ ਮੈਨੂੰ ਲੰਚ ਬਣਾਇਆ ਤੇ ਅਸੀਂ ਲੰਚ ਕਰਿਆ ਇੱਕ ਦੂਸਰੇ ਨੂੰ। ਉੱਥੇ ਮੈਨੂੰ ਰਜ਼ੀਆ ਨੇ ਫਿਰ ਬਲੂ ਕਲਰ ਦੀ ਇੱਕ ਬੋਟਲ ਗਿਫਟ ਕਰੀ। ਉਸ ਬੋਟਲ ਦੇ ਵਿੱਚ ਪਾਣੀ ਸੀ। ਇਹਨੇ ਮੈਨੂੰ ਕਿਹਾ ਕਿ ਤੁਸੀਂ ਪਾਣੀ ਪੀਓ। ਜਦੋਂ ਮੈਂ ਪਾਣੀ ਪੀਣ ਲੱਗਿਆ ਤਾਂ ਉਹਦੇ ਵਿੱਚ ਰਿੰਗ ਸੀ ਤੇ ਇਹਨੇ ਮੈਨੂੰ ਉਸ ਦਿਨ ਪ੍ਰਪੋਜ਼ ਕਰਿਆ, ਆਈ ਲਵ ਯੂ, ਆਈ ਲਾਈਕ ਯੂ, ਆਈ ਵਾਂਟ ਗੈਟ ਮੈਰਿਜ ਵਿਦ ਯੂ, ਮੈਂ ਆਪਣੀ ਸਾਰੀ ਜ਼ਿੰਦਗੀ ਤੇਰੇ ਨਾਲ ਬਿਤਾਉਣਾ ਚਾਹੁੰਦੀ ਹਾਂ। ਤੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹੋਇਆ, ਕਿਉਂਕਿ ਉਸ ਵਕਤ ਮੈਨੂੰ ਵੀ ਆਪਣੀ ਜ਼ਿੰਦਗੀ ਦੇ ਜੋ ਪੁਰਾਣੇ ਪਰੇਸ਼ਾਨੀਆਂ ਤੋਂ ਜੂਝ ਰਿਹਾ ਸੀ, ਉੱਥੇ ਮੇਰੀ ਕੋਈ ਵੀ ਮਦਦ ਕਰਨ ਵਾਲਾ ਨਹੀਂ ਸੀ। ਰਜ਼ੀਆ ਨੇ ਹੀ ਮੇਰੀ ਲੀਗਲ ਪ੍ਰੋਬਲਮ ਤੋਂ ਲੈ ਕੇ। ਤੁਸੀਂ ਥੋੜਾ ਜਿਹਾ ਇਹਨੂੰ ਇਮੋਸ਼ਨਲ, ਤੁਸੀਂ ਆਪਣਾ ਇਮੋਸ਼ਨ ਨਹੀਂ ਪਾਇਆ ਇੱਥੇ। ਤੁਹਾਡੀ ਗੱਲਬਾਤ ਹੋ ਰਹੀ ਹੈ, 4-5 ਮਹੀਨੇ ਤੋਂ ਤੁਸੀਂ ਮਿਲ ਰਹੇ ਹੋ, ਇੱਕ ਕੱਲੀ ਡਿਵੋਰਸੀ ਹੈ, ਉਹਦੇ ਬੱਚੇ ਹੈ, ਆਪ ਐਡਲਟ ਬੱਚੇ ਹੈ। ਇੱਥੇ ਤੁਸੀਂ ਈਜ਼ੀਲੀ ਤੁਸੀਂ ਕਹਿ ਸਕਦੇ ਸੀ, ਤੁਸੀਂ ਕਿਹਾ ਨਹੀਂ ਕਿ ਵੀ ਉਹ ਕਿੰਨਾ ਔਖਾ ਡਿਸੀਜਨ ਹੋਏਗਾ ਉਸ ਜਨਾਨੀ ਲਈ ਕਿ ਵੀ ਆਪਣੇ ਐਡਲਟ ਬੱਚੇ, ਐਡਲਟ ਬੇਟੀਆਂ ਨਾਲ ਮੇਰੀ ਮੀਟਿੰਗ ਕਰਾਣੀ, ਉਹਦੇ ਆਪਣੇ ਘਰ ਲੈ ਜਾਣਾ, ਕੌਨਫੀਡੈਂਸ ਕਿੰਨਾ ਹੋਏਗਾ। ਉਹ ਤੇ ਬਾਹਰ ਬੈਠੀ ਹੈ, ਬਾਹਰ ਬੁਲਾ ਕੇ ਤੁਸੀਂ ਉਹਨੂੰ ਪੁੱਛ ਲਓ ਕਿ ਵੀ ਕਿੰਨਾ ਹੋਗਾ। ਇਹ ਅੱਛਾ ਮੌਕਾ ਤੁਹਾਡੇ ਕਹਿਣ ਲਈ ਕਿ ਵੀ ਤੁਸੀਂ ਇਨਵਾਈਟ ਕਰੋ ਇੰਟਰਵਿਊ ਲਈ। ਗੋ ਅਹੈਡ, ਇਹ ਤੁਸੀਂ ਮੌਕਾ ਛੱਡਦਾ ਇੱਥੇ, ਬੋਲੋ। ਇੱਕ ਰਜ਼ੀਆ ਨੂੰ ਮੇਰੇ ਲਈ ਇੱਕ ਪ੍ਰਪੋਜ਼ ਕਰਨਾ ਬਹੁਤ ਹੀ, ਇਸ ਵਕਤ ਉਹਨੂੰ ਹੌਸਲੇ ਦੀ ਲੋੜ ਸੀ, ਕਿਉਂਕਿ ਉਸਦੇ ਅਡਲਟ ਬੱਚੇ ਵੀ ਸੀ। ਉਸਨੇ ਕਿੰਨੇ ਮੈਨੂੰ ਮੁਸ਼ਕਿਲ ਨਾਲ ਹੌਸਲੇ ਦੇ ਨਾਲ ਬੁਲਾ ਕੇ ਮੈਨੂੰ ਪ੍ਰਪੋਜ਼ ਕਰਿਆ। ਰਜ਼ੀਆ ਬਾਹਰ ਵੀ ਬੈਠੀ ਹੈ, ਤੁਸੀਂ ਉਹਨੂੰ ਖੁਦ ਵੀ ਬੁਲਾ ਕੇ ਪੁੱਛ ਸਕਦੇ ਹੋ। ਫਿਰ ਜਦ ਪ੍ਰਪੋਜ਼ਲ ਕਦੋਂ ਹੋਇਆ? what was the date of the proposal? 18 October 2018. So what did you decide? How did you decide that you will accept the proposal or not? ਮੈਂ ਜਦੋਂ ਮੈਨੂੰ ਉਸ ਵਕਤ ਰਜ਼ੀਆ ਨੇ ਪ੍ਰਪੋਜ਼ ਕਰਿਆ, ਮੈਂ ਵੀ ਆਪਣੀ ਜ਼ਿੰਦਗੀ ਤੋਂ ਪੁਰਾਣੀ ਵਰਕ ਪਰਮਿਟ ਤੋਂ ਬਹੁਤ ਹੀ ਪਰੇਸ਼ਾਨ ਸੀ। ਮੈਨੂੰ ਉਸ ਵਕਤ ਲੱਗਿਆ ਕਿ ਜਿੰਨੀ ਮੈਨੂੰ ਜ਼ਿੰਦਗੀ ਦੇ ਵਿੱਚ ਮਦਦ ਦੀ ਜ਼ਰੂਰਤ ਸੀ, ਉਸ ਵਕਤ ਮੇਰੀ ਲੀਗਲ ਚਾਹੇ ਮੇਰੀ ਪਰਸਨਲ ਪ੍ਰੋਬਲਮ ਨੂੰ ਸੁਣਨ ਵਾਲਾ ਉਸ ਵਕਤ ਕੋਈ ਵੀ ਨਹੀਂ ਸੀ। ਰਜ਼ੀਆ ਹੀ ਸੀ ਜੋ ਕਿ ਮੇਰੀ ਹਰ ਚੀਜ਼ ਦੇ ਵਿੱਚ ਮਦਦ ਕਰਦੀ ਰਹੀ। ਇਸ ਕਰਕੇ ਮੈਨੂੰ ਉਹਦੇ ਨਾਲ ਜ਼ਿੰਦਗੀ ਆਪਣੀ ਅੱਗੇ ਬਿਤਾਉਣ ਦੇ ਨਾਲ ਕੋਈ ਇਤਰਾਜ਼ ਨਹੀਂ ਰਿਹਾ ਤੇ ਮੈਂ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿ ਰਜ਼ੀਆ ਤੇ ਅਸੀਂ ਦੋਨੋਂ ਇਕੱਠੇ ਹੀ ਹੁਣ ਆਪਣੀ ਜ਼ਿੰਦਗੀ ਬਿਤਾ ਸਕਦੇ ਹਾਂ। ਤੁਹਾਡੇ ਜਿਹੜੇ ਵਰਕ ਪਰਮਿਟ ਦੀ ਪ੍ਰੋਬਲਮ ਸੀ, ਉਹ ਉਸ ਵਕਤ ਮਤਲਬ ਕਿ ਤੁਹਾਡੇ ਕੋਲ ਜੌਬ ਨਹੀਂ ਹੈ, ਕੁਝ ਨਹੀਂ ਹੈ, ਤੇ ਤੁਸੀਂ ਆਪਣਾ ਕੋਈ ਸਟੈਪ ਲਿਆ ਆਪਣੇ ਆਪ ਨੂੰ ਰੈਗੂਲਰਾਈਜ਼ ਕਰਨ ਲਈ? ਹਾਊ ਟੂ ਸਟੇ ਲੌਂਗਰ ਇਨ ਕੈਨੇਡਾ, ਹਾਊ ਟੂ ਮੇਕ ਅ ਲਿਵਿੰਗ, ਹਾਊ ਟੂ ਸਟੇ ਲੀਗਲ ਇਨ ਕੈਨੇਡਾ? ਮੈਂ ਉਸ ਵਕਤ ਜਦੋਂ ਮੇਰੇ ਕੋਲ ਵਰਕ ਪਰਮਿਟ ਦੀ ਪ੍ਰੋਬਲਮ ਆ ਰਹੀ ਸੀ ਤੇ ਮੇਰਾ ਜੋ ਪੁਰਾਣਾ ਇਮੀਗ੍ਰੇਸ਼ਨ ਲਾਇਰ ਸੀ, ਮੈਂ ਉਸ ਦੇ ਨਾਲ
ਬਹੁਤ ਵਾਰੀ ਕੰਸਰਨ ਕਰਿਆ। ਰਜ਼ੀਆ ਨੇ ਵੀ ਆਪਣੇ 1-2 ਬੰਦਿਆਂ ਦੇ ਜੋ ਇਹਨਾਂ ਦੀ ਜਾਣਕਾਰ ਸੀ ਉਹਨਾਂ ਤੋਂ ਪਤਾ ਕਰਿਆ, ਤੇ ਜਿਸ ਕੰਪਨੀ ਨਾਲ ਮੇਰਾ ਵਰਕ ਪਰਮਿਟ ਬੌਂਡਡ ਵਰਕ ਪਰਮਿਟ ਸੀ, ਮੈਂ ਉਸ ਨੂੰ 2-3 ਵਾਰੀ ਆਪਣੇ ਪਰਸਨਲ ਈਮੇਲ ਤੋਂ ਮੇਲ ਕਰਿਆ ਕਿ ਮੇਰੇ ਕੋਲ ਤੁਹਾਡਾ ਸਿਨ ਨੰਬਰ ਐਂਡ ਵਰਕ ਪਰਮਿਟ ਹੈ। ਤੁਸੀਂ ਮੈਨੂੰ ਕਿਹਾ ਸੀਗਾ ਕਿ ਆਪਣਾ ਫਸਟ ਆਫ ਆਲ ਸਿਨ ਨੰਬਰ ਲਓ, ਉਸ ਤੋਂ ਬਾਅਦ ਹੀ ਮੈਨੂੰ ਮੇਲ ਕਰਕੇ ਦੱਸਿਓ। ਮੈਂ ਉਹਨਾਂ ਨੂੰ ਕਿੰਨੀ ਵਾਰੀ ਮੇਲ ਕਰਿਆ, ਲੇਕਿਨ ਉਹਨਾਂ ਨੇ ਮੈਨੂੰ ਉਸ ਮੇਲ ਦਾ ਕੋਈ ਰਿਪਲਾਈ ਨਹੀਂ ਦਿੱਤਾ। ਮੈਂ ਐਜ਼ ਅ ਕੰਟੀਨਿਊਸ ਆਪਣੇ ਪੁਰਾਣੇ ਵਕੀਲ ਨੂੰ ਵੀ ਮਿਲਿਆ, ਉਹਨੇ ਕਿਹਾ ਕਿ ਜਿੰਨਾ ਚਿਰ ਹੁਣ ਤੁਹਾਡਾ ਵਰਕ ਪਰਮਿਟ ਹੈ ਤੁਸੀਂ ਇਹਦੇ ਤੇ ਉਨਾ ਚਿਰ ਰਹੋ, ਉਸ ਤੋਂ ਬਾਅਦ ਦੁਬਾਰਾ ਰੀਨਿਊ ਚੇਂਜ ਕਰਕੇ ਤੁਹਾਡੀ ਕੰਸਟਰਕਸ਼ਨ ਜੌਬ ਦੇ ਵਿੱਚ ਵਰਕ ਪਰਮਿਟ ਪਾਵਾਂਗੇ। After she proposed to you, did you talk to your parents in India about the marriage to a divorcee who is 20 years senior to you, who is already twice married, and she has adult children? Did you discuss with your friends or somebody in the family in India? ਹਾਂਜੀ, ਮੈਂ ਜਦੋਂ ਰਜ਼ੀਆ ਦੇ ਨਾਲ ਰਜ਼ੀਆ ਨੇ ਜਿਸ ਦਿਨ ਪ੍ਰਪੋਜ਼ ਕਰਿਆ, ਮੈਂ ਉਸ ਤੋਂ ਅਗਲੇ ਦਿਨ ਆਪਣੇ ਫੈਮਿਲੀ ਦੇ ਨਾਲ ਡਿਸਕਸ ਕਰੀ, ਜਿਸ ਦੇ ਵਿੱਚ ਮੈਂ ਆਪਣੇ ਘਰਦਿਆਂ ਨੂੰ ਆਪਣੀ ਸਾਰੀ ਸਟੋਰੀ ਰਜ਼ੀਆ ਦੀ ਤੇ ਆਪਣੀ ਦੱਸੀ। ਪਰ ਉਦੋਂ ਮੇਰੇ ਘਰ ਦੇ ਕੁਝ ਟਾਈਮ ਲਈ ਤਾਂ ਜ਼ਰੂਰ ਪਰੇਸ਼ਾਨ ਹੋਏ। ਉਹਨਾਂ ਨੇ ਕਿਹਾ ਕਿ ਨਹੀਂ, ਫਿਰ ਮੇਰੇ ਜੋ ਰਿਲੇਟਿਵ ਨੇ, ਚਾਹੇ ਮੇਰੀ ਮੌਮ ਨੇ ਕੁਝ ਦਿਨ ਬਾਅਦ ਕਿਹਾ ਕਿ ਠੀਕ ਹੈ, ਤੂੰ ਆਪਣੀ ਜ਼ਿੰਦਗੀ ਜੀਣੀ ਹੈ, ਤੇਰਾ ਡਿਸੀਜਨ ਤੇਰਾ ਹੈ, ਜੋ ਤੈਨੂੰ ਪਸੰਦ ਹੋਏਗਾ ਉਵੇਂ ਕਰੀ। ਇਸ ਕਰਕੇ ਮੈਂ ਆਪਣੇ ਘਰਦਿਆਂ ਨੂੰ ਸਾਰੀ ਸਟੋਰੀ ਦੱਸੀ। ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਤੇਰੀ ਚੁਆਇਸ ਹੈ, ਤੂੰ ਆਪਣੀ ਜ਼ਿੰਦਗੀ ਜੀਣੀ ਹੈ, ਜੋ ਡਿਸੀਜਨ ਹੋਏਗਾ ਉਹ ਤੇਰਾ ਹੀ ਹੋਏਗਾ। When did you finally say yes to her? I know you told me that she proposed to you on 18 November 2018. That is, after meeting, you first met in May. You said you first met in May. So close to about 4 months or 5 months later, she proposed to you. Is that correct? Yes. Okay. So when did you finally say yes to her? When did you confirm that you are looking to get married to her as well? ਮੈਂ ਤਾਂ ਆਪਣੇ ਘਰਦਿਆਂ ਨਾਲ ਗੱਲ ਕਰਕੇ ਸਾਰੀ ਰਜ਼ੀਆ ਦੇ ਨਾਲ ਜਲਦੀ ਹੀ ਵਿਆਹ ਕਰਨ ਦੇ ਲਈ ਸੋਚਿਆ ਤੇ ਤਿਆਰੀ ਵੀ ਕਰਨੀ ਸ਼ੁਰੂ ਕਰ ਦਿੱਤੀ। ਅਸੀਂ ਐਜ਼ ਅ ਹੋਰ ਟਾਈਮ ਇਕੱਠੇ ਰਹਿਣ ਦੇ ਲਈ ਮੈਂ ਤੇ ਰਜ਼ੀਆ ਨੇ, ਅਸੀਂ ਦੋਨਾਂ ਨੇ ਇੱਕ ਬੇਸਮੈਂਟ ਦੇ ਵਿੱਚ ਆਲਰੇਡੀ ਇੱਕ ਹਸਬੈਂਡ ਵਾਈਫ ਦੀ ਤਰ੍ਹਾਂ ਰਹਿ ਰਹੇ ਸੀ। ਮੈਂ ਕੁਝ ਟਾਈਮ ਬਾਅਦ ਹੀ ਰਜ਼ੀਆ ਦੇ ਨਾਲ ਵਿਆਹ ਕਰਨਾ ਸੀ, ਬਟ ਮੇਰੇ ਨਾਲ ਉੱਥੇ ਇੱਕ ਪੋਰਟ ਆਫ ਐਂਟਰੀ ਦੇ ਉੱਤੇ ਸਡਨਲੀ ਮੇਰੇ ਨਾਲ ਗਲਤ ਹੋਇਆ, ਜਿਸ ਕਰਕੇ ਮੈਨੂੰ ਕੰਟਰੀ ਛੱਡਣੀ ਪਈ। ਇਸ ਕਰਕੇ ਮੈਂ ਉਸ ਵਕਤ ਆਪਣਾ ਵਿਆਹ ਕਰਨ ਦਾ ਡਿਸੀਜਨ ਇਨ ਕੈਨੇਡਾ ਦੇ ਵਿੱਚ ਲੈ ਨਹੀਂ ਸਕਿਆ, ਵਿਆਹ ਨਹੀਂ ਕਰ ਸਕਿਆ। Okay, so she proposed to you in November 2018. ਇਹ port of entry ਵਾਲਾ ਹਾਦਸਾ ਕਦੋਂ ਹੋਇਆ? ਇਹ ਪੋਰਟ ਆਫ ਐਂਟਰੀ ਵਾਲਾ ਹਾਦਸਾ ਮਾਰਚ ਦੇ ਵਿੱਚ ਹੋਇਆ। ਇਹ ਨੀਅਰ ਅਬਾਊਟ 26 ਮਾਰਚ ਨੂੰ ਹੋਇਆ। You have to give me the full year, 26 March 2019. 26 March 2019, ਹਾਂਜੀ। Okay, and what was the reaction? I mean, you have to give me the whole story on what was the reaction on your fiance at that time. You had some legal problems and you were forced to leave Canada. What happened in your life and your wife's life? ਹਾਂਜੀ, ਜਦੋਂ ਮੇਰਾ ਪੋਰਟ ਆਫ ਐਂਟਰੀ ਦੇ ਵਿੱਚ ਲੀਗਲ ਪ੍ਰੋਬਲਮ ਹੋਈ ਤਾਂ ਮੈਂ ਸਭ ਤੋਂ ਪਹਿਲਾਂ ਰਜ਼ੀਆ ਕੋਲ ਆਇਆ ਤੇ ਰਜ਼ੀਆ ਨੂੰ ਆਪਣੀ ਸਾਰੀ ਪ੍ਰੋਬਲਮ ਦੱਸੀ। ਉਸ ਵਕਤ ਰਜ਼ੀਆ ਨੇ 2-3 ਆਪਣੇ ਨੋਨ ਲਾਇਰ, ਇਮੀਗ੍ਰੇਸ਼ਨ ਲਾਇਰਾਂ ਨੂੰ ਵੀ ਕਾਲ ਕਰੀ, ਆਪਣੇ ਰਿਲੇਟਿਵ ਜੋ ਉਹਨਾਂ ਨੂੰ ਉਸ ਵਕਤ ਜਾਣਦੇ ਸੀ ਉਹਨਾਂ ਨੂੰ ਕਾਲ ਕਰੀ। ਬਟ ਉਸ ਵਕਤ ਸ਼ਾਮ ਦਾ ਟਾਈਮ ਸੀ, ਨੀਅਰ ਅਬਾਊਟ 4-5 ਵਜੇ ਹੋਣੇ, ਤਾਂ ਕਿਸੇ ਨੇ ਕਾਲ ਦਾ ਆਨਸਰ ਵੀ ਨਹੀਂ ਦਿੱਤਾ ਤੇ ਸਾਨੂੰ ਕਿਸੇ ਨੇ ਉਸ ਵਕਤ ਹੈਲਪ ਵੀ ਨਹੀਂ ਕਰੀ। ਫਿਰ ਰਜ਼ੀਆ ਨੇ ਕਿਹਾ ਕਿ ਮੈਂ ਇਸ ਕੰਟਰੀ ਦੇ ਵਿੱਚ ਰਹਿ ਰਹੀ ਹਾਂ, ਮੈਨੂੰ ਇਸ ਕੰਟਰੀ ਦੇ ਸਾਰੇ ਰੂਲ ਰੈਗੂਲੇਸ਼ਨ ਬਹੁਤ ਅੱਛੀ ਤਰ੍ਹਾਂ ਪਤਾ। ਇਹ ਕੰਟਰੀ ਇੰਡੀਆ ਵਾਂਗ ਨਹੀਂ ਹੈ, ਆਪਾਂ ਖੁਦ ਜਾ ਕੇ ਉੱਥੇ ਨਾਈਸਲੀ ਵੇ ਗੱਲ ਕਰਦੇ ਹਾਂ। ਨਾ ਹੀ ਆਪਣੇ ਕੋਲ ਇਸ ਵਕਤ ਵਕੀਲ ਹੈ, ਨਾ ਹੀ ਹੋਇਆ। ਤਾਂ ਰਜ਼ੀਆ ਨੇ ਉਸ ਦਿਨ ਬਹੁਤ ਹੀ ਜ਼ਿਆਦਾ ਦੁੱਖ ਕਰਦੇ ਹੋਏ, ਨਾ ਹੀ ਉਸ ਦਿਨ ਸਾਡੇ ਘਰੇ ਖਾਣਾ ਬਣਿਆ, ਅਸੀਂ ਬਹੁਤ ਹੀ ਜ਼ਿਆਦਾ ਦੁਖੀ ਹੋਏ। ਫਿਰ ਅਗਲੇ ਦਿਨ ਜਦੋਂ ਸਵੇਰੇ ਸਾਨੂੰ ਪੋਰਟ ਆਫ ਐਂਟਰੀ ਸਰੀ 0 ਐਵਨਿਊ ਦੇ ਉੱਤੇ ਬੁਲਾਇਆ ਗਿਆ, ਅਸੀਂ ਉੱਥੇ ਗਏ। ਮੇਰੇ ਨਾਲ ਰਜ਼ੀਆ ਸੀ। ਅਸੀਂ ਉਹਨਾਂ ਨੂੰ ਫੋਨ ਕਰਕੇ ਦੱਸਿਆ ਕਿ ਰਜ਼ੀਆ ਮੇਰੀ ਫਿਓਂਸੇ, ਮੇਰੀ ਗਰਲਫ੍ਰੈਂਡ ਮੇਰੇ ਨਾਲ ਆ ਰਹੀ ਹੈ, ਕਿਉਂਕਿ ਉਹਨਾਂ ਨੇ ਮੈਨੂੰ ਸਿਰਫ ਇਕੱਲੇ ਆਉਣ ਨੂੰ ਹੀ ਕਿਹਾ ਸੀ ਜਾਂ ਕੋਈ ਆਪਣੇ ਵਕੀਲ ਦੇ ਨਾਲ ਆਉਣ ਲਈ ਕਿਹਾ ਸੀ। ਫਿਰ ਰਜ਼ੀਆ ਦੇ ਜਦੋਂ ਮੈਂ ਘਰੋਂ ਤੁਰਨ ਲੱਗਿਆ ਉਹਨਾਂ ਨੂੰ ਫੋਨ ਕਰਕੇ ਦੱਸਿਆ ਤੇ ਉਹਨਾਂ ਨੇ ਕਿਹਾ ਓਕੇ, ਇਹ ਆ ਸਕਦੇ ਆ। ਫਿਰ ਅਸੀਂ ਪੋਰਟ ਆਫ ਐਂਟਰੀ ਗਏ।
ਉੱਥੇ ਜਾ ਕੇ ਜਦੋਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਹ ਕੌਣ ਨੇ, ਮੈਂ ਦੱਸਿਆ ਕਿ ਰਜ਼ੀਆ ਮੇਰੀ ਫਿਓਂਸੇ ਆ। ਉਹਨਾਂ ਨੇ ਰਜ਼ੀਆ ਨੂੰ ਉੱਥੇ ਵੇਟ ਕਰਨ ਨੂੰ ਕਿਹਾ। ਰਜ਼ੀਆ ਨੇ ਉੱਥੇ ਫਿਰ ਉਹਨਾਂ ਨੇ ਮੇਰੇ ਤੋਂ ਪੁੱਛਗਿੱਛ ਕਰੀ। ਉਹ ਤੋਂ ਬਾਅਦ ਜਦੋਂ ਉਹਨਾਂ ਦਾ ਡਿਸੀਜਨ ਦਾ ਟਾਈਮ ਆਇਆ ਤੇ ਉਹਨਾਂ ਨੇ ਮੈਨੂੰ ਡਿਸੀਜਨ ਦਿੱਤਾ ਕਿ ਤੁਹਾਨੂੰ ਕੰਟਰੀ ਛੱਡਣੀ ਪੈਣੀ ਹੈ ਤੇ ਅਸੀਂ ਕੁਝ ਟਾਈਮ ਲਈ ਤੁਹਾਡੇ ਤੇ ਵਰਕ ਪਰਮਿਟ ਤੇ ਰੋਕ ਲਾਵਾਂਗੇ। ਪਰ ਉੱਥੇ ਰਜ਼ੀਆ ਹੀ ਸੀ ਜੋ ਮੇਰੇ ਨਾਲ ਬਿਲਕੁਲ ਹੱਥ ਮੇਰੇ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਰਹੀ। ਇਹਨੇ ਹੀ ਅਫਸਰ ਨੂੰ ਕਨਵਿੰਸ ਕਰਕੇ ਆਪਣਾ ਪਾਸਪੋਰਟ ਦਿਖਾਉਂਦੇ ਹੋਏ ਸਿਟੀਜ਼ਨ ਦਾ ਕਿ ਮੈਂ ਵੀ ਇਸ ਕੰਟਰੀ ਦੇ ਵਿੱਚ ਰਹਿ ਰਹੀ ਹਾਂ, ਇੱਕ ਕਿਸੇ ਮੇਰੇ ਫਿਓਂਸੇ ਦੇ ਨਾਲ ਗਲਤ ਹੋਇਆ। ਇਹਨੇ ਉਸ ਵਕਤ ਵੀ ਮੇਲ ਕਰੀ ਹੈ ਵਰਕ ਪਰਮਿਟ ਦੇ ਉੱਤੇ। ਲਾਇਰ ਨੂੰ ਵੀ ਮੈਂ ਖੁਦ ਇੰਨੀ ਵਾਰੀ ਮਿਲਣ ਗਈ ਤੇ ਉਹਨਾਂ ਨੇ ਇਹਨਾਂ ਦੀ ਸਾਰੀਆਂ ਗੱਲਾਂ ਸੁਣਦੇ ਹੋਏ ਉਸ ਵਕਤ ਐਜ਼ ਅ ਲੀਗਲੀ ਉਹਨਾਂ ਨੇ ਰਜ਼ੀਆ ਦੀ ਮਦਦ ਦੇ ਨਾਲ ਸੁਣਦੇ ਹੋਏ ਇਹਨੇ ਰਿਟਰਨ ਦੇ ਵਿੱਚ ਵੀ ਕਿਹਾ ਕਿ ਮੈਂ ਰਿਟਰਨ ਦੇ ਵਿੱਚ ਦੇਣ ਨੂੰ ਤਿਆਰ ਹਾਂ ਕਿ ਇਸਨੇ ਕੁਝ ਫਰਾਡ ਨਹੀਂ ਕਰਿਆ। ਉਸ ਤੋਂ ਬਾਅਦ ਫਿਰ ਉਹਨੇ ਕਿਹਾ ਕਿ ਓਕੇ ਮੈਂ ਆਪਣੇ ਸੀਨੀਅਰ ਨਾਲ ਇੱਕ ਵਾਰੀ ਡਿਸਕਸ ਕਰਕੇ ਆਉਣਾ ਤੇ ਸਾਨੂੰ ਉਹਨਾਂ ਨੇ ਵੇਟ ਕਰਨ ਨੂੰ ਕਿਹਾ। ਫਿਰ ਜਦੋਂ ਉਸ ਆਪਣੇ ਸੀਨੀਅਰ ਨਾਲ ਡਿਸਕਸ ਕਰਕੇ ਆਏ ਤਾਂ ਉਹਨਾਂ ਨੇ ਕਿਹਾ ਕਿ ਓਕੇ ਤੁਸੀਂ ਆਪਣੇ ਫਿਓਂਸੇ ਦੇ ਤੇ ਰਜ਼ੀਆ ਦੇ ਨਾਲ ਜਾ ਸਕਦੇ ਹੋ, ਪਰ ਤੁਹਾਨੂੰ ਅਸੀਂ ਕੁਝ ਟਾਈਮ ਦੇਵਾਂਗੇ। ਉਹ ਤੋਂ ਬਾਅਦ ਤੁਹਾਨੂੰ ਇਹ ਕੰਟਰੀ ਲੀਵ ਕਰਨੀ ਪਏਗੀ। ਉਹ ਤੋਂ ਬਾਅਦ ਤੁਸੀਂ ਆਪਣਾ ਵਰਕ ਪਰਮਿਟ ਚਾਹੇ ਵਾਟਐਵਰ ਜੋ ਵੀ ਅਪਲਾਈ ਕਰਨਾ ਉਹ ਕਰੋਗੇ। So all of this is happening in March 2019. You had already accepted proposal from her in November 2018. Why did you not marry to her immediately in Canada? अगर एक सेकंड अगर सवाल समझ नहीं आएगा तो हमेशा वीजा अफसर ਨੂੰ ਦੁਬਾਰਾ ਪੁੱਛਣਾ। ਸਰ ਕੈਨ ਯੂ ਰਿਪੀਟ ਦ ਕੁਐਸਚਨ? ਹਾਂਜੀ ਸਰ ਜੀ, ਮੈਨੂੰ ਦੁਬਾਰਾ ਬੋਲੇ ਕੁਐਸਚਨ ਕਿਉਂਕਿ ਇਹ ਨਾ ਨੈਟ ਦੀ ਕਰਕੇ ਵੀਡੀਓ ਰੁਕ ਗਈ ਸੀਗੀ ਵਿੱਚ। Okay. So when you had decided to get married, why did you not get married before leaving for India? ਇਹ ਉਸ ਵਕਤ ਜਦੋਂ ਮੈਨੂੰ ਕੰਟਰੀ ਛੱਡਣ ਦਾ ਟਾਈਮ ਮਿਲ ਗਿਆ ਸੀ 10 ਤੋਂ 15 ਦਿਨ ਸੀ। ਮੈਂ ਰਜ਼ੀਆ ਨੇ ਉਸ ਵਕਤ ਕਿਹਾ ਕਿ ਮੈਂ ਆਪਣੇ ਇਮੀਗ੍ਰੇਸ਼ਨ ਲਾਇਰ ਦੇ ਨਾਲ ਗੱਲਬਾਤ ਕਰਦੀ ਹਾਂ, ਆਪਾਂ ਕੋਈ ਵੀ ਐਸਾ ਗਲਤ ਡਿਸੀਜਨ ਨਹੀਂ ਲੈਣਾ ਜਿਸ ਕਰਕੇ ਇਨ ਫਿਊਚਰ ਦੇ ਵਿੱਚ ਤੇਰਾ ਚਾਹੇ ਮੇਰਾ ਔਖਾ ਹੋ ਜਾਵੇ। ਕਿਉਂਕਿ ਰਜ਼ੀਆ ਦੇ ਵੀ ਆਲਰੇਡੀ 2 ਬੱਚੀਆਂ ਵੀ ਨੇ ਜਿਨ੍ਹਾਂ ਨੇ ਮੈਨੂੰ ਐਜ਼ ਅ ਆਲਰੇਡੀ ਸਟੈਪ ਫਾਦਰ ਅਪਰੂਵ ਕਰ ਦਿੱਤਾ ਸੀ, ਕਿਉਂਕਿ ਮੇਰਾ ਉਹਨਾਂ ਦੀ ਬੇਟੀਆਂ ਨਾਲ ਵੀ ਮਿਲਣਾ ਜੁਲਣਾ ਤੇ ਬਹੁਤ ਜ਼ਿਆਦਾ ਪਿਆਰ ਸੀ। ਰਜ਼ੀਆ ਨੇ ਕਿਹਾ ਕਿ ਆਪਾਂ ਕਦੇ ਇਸ ਕੰਟਰੀ ਦੇ ਵਿੱਚ ਮੈਂ ਸ਼ੁਰੂ ਤੋਂ ਹੀ ਰਹਿ ਰਹੀ ਹਾਂ, ਇੱਥੇ ਆਪਾਂ ਕਦੇ ਵੀ ਇਹਨਾਂ ਦੇ ਲਾਅ ਚਾਹੇ ਇਹਨਾਂ ਦੀ ਕੋਈ ਵੀ ਚੀਜ਼ ਨਾਲ ਗਲਤ ਨਹੀਂ ਕਰਨਾ। ਮੈਂ ਇਮੀਗ੍ਰੇਸ਼ਨ ਲਾਇਰ ਨਾਲ ਗੱਲ ਕਰੂੰਗੀ, ਤੁਹਾਨੂੰ ਕੰਟਰੀ ਛੱਡਣ ਦਾ ਕਿਹਾ ਗਿਆ ਹੈ, ਤੂੰ ਕੰਟਰੀ ਛੱਡ ਕੇ ਜਾਓ। ਆਪਾਂ ਤਾਂ ਵਿਆਹ ਹੀ ਕਰਨਾ ਹੈ, ਆਪਾਂ ਇਕੱਠੇ ਹੀ ਰਹਿਣਾ ਹੈ। ਮੈਂ ਇੰਡੀਆ ਆ ਕੇ ਵਿਆਹ ਕਰ ਲੂੰਗੀ ਜਾਂ ਮੈਂ ਆਪਣੇ ਲਾਇਰ ਨਾਲ ਗੱਲ ਕਰਕੇ ਦੱਸ ਦੂੰਗੀ ਤੁਹਾਨੂੰ ਇੰਡੀਆ ਜਾਣਾ ਹੈ ਤਾਂ ਜਾਣਾ ਹੈ। Okay, good. So how did both of you decide to marry in America? ਮੈਂ ਜਦੋਂ ਕੈਨੇਡਾ ਤੋਂ ਵਾਪਸ ਆ ਗਿਆ ਇੰਡੀਆ, ਫਿਰ ਰਜ਼ੀਆ ਨੇ ਉਹ ਦਿਨਾਂ ਦੇ ਵਿੱਚ ਆਪਣੇ, ਕਿਉਂਕਿ ਅਸੀਂ ਵਿਆਹ ਕਰਨ ਲਈ ਤਾਂ ਆਲਰੇਡੀ ਹੀ ਪਹਿਲਾਂ ਸੋਚ ਚੁੱਕਿਆ ਸੀ, ਜੀਣ ਮਰਨ ਦੀ ਇਕੱਠੇ ਹੀ ਕਸਮਾਂ ਖਾਧੀਆਂ ਸੀ। ਫਿਰ ਇਹਨੇ ਆਪਣੇ ਵਕੀਲ ਤੋਂ ਪੁੱਛਿਆ ਕਿ ਮੈਂ ਸਤਿਅਮ ਦੇ ਨਾਲ ਵਿਆਹ ਕਰਨਾ ਹੈ। ਮੈਂ ਵੀ ਚਾਹੁੰਦਾ ਸੀ ਕਿ ਰਜ਼ੀਆ ਇੰਡੀਆ ਆਵੇ, ਮੇਰੇ ਪੇਰੈਂਟਸ ਵੀ ਚਾਹੁੰਦੇ ਸੀ ਕਿ ਰਜ਼ੀਆ ਇੰਡੀਆ ਆ ਕੇ ਵਿਆਹ ਕਰੇ। ਇਹਨੂੰ ਇੰਡੀਆ ਘੁਮਾਉਣਾ ਸੀ, ਉਰੇ ਦੇ ਲੋਕ ਦਿਖਾਣੇ ਸੀ, ਮਿਲਾਣੇ ਸੀ। ਪਰ ਇਹਦੇ ਇਮੀਗ੍ਰੇਸ਼ਨ ਲਾਇਰ ਇੱਕ ਮਿਸਟਰ ਨਰਨ ਨੇਗੀ ਨੇ, ਜਿਨ੍ਹਾਂ ਨੇ ਇਹਨੂੰ ਕਹਿਤਾ ਕਿ ਤੁਸੀਂ ਇੰਡੀਆ ਇੰਨਾ ਦੂਰ ਕਿੱਥੇ ਜਾਓਗੇ, ਉੱਥੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ, ਮੌਸਕੀਟੋਜ਼ ਨੇ, ਤੁਹਾਨੂੰ ਪ੍ਰੋਬਲਮ ਹੋ ਜਾਏਗੀ ਫਸਟ ਟਾਈਮ ਜਾਣ ਦੇ ਲੱਗੇ, ਇੰਨਾ ਦੂਰ ਜਾ ਕੇ ਕੀ ਕਰੋਗੇ, ਤੁਸੀਂ US ਹੀ ਵਿਆਹ ਕਰ ਲਓ। ਮੇਰੇ ਕੋਲ ਉਸ ਵਕਤ US ਦਾ ਵੀਜ਼ਾ ਸੀ ਤੇ ਰਜ਼ੀਆ ਨੂੰ ਨਾਇਗਰਾ ਫਾਲ ਵੈਸੇ ਵੀ ਬਹੁਤ ਪਸੰਦ ਸੀ। ਇਹ ਚਾਹੁੰਦੀ ਸੀ ਕਿ ਆਪਾਂ ਜਦੋਂ ਹੋਵੇਗਾ ਤਾਂ ਨਾਇਗਰਾ ਫਾਲ ਜ਼ਰੂਰ ਜਾਵਾਂਗੇ। ਇਸ ਕਰਕੇ ਫਿਰ ਮੇਰੇ ਕੋਲ ਵੀਜ਼ਾ ਸੀ ਤੇ ਮੈਂ ਨਾਇਗਰਾ ਫਾਲ ਨੂੰ ਫਲਾਈ ਹੋ ਗਿਆ, ਰਜ਼ੀਆ ਵੀ ਨਾਇਗਰਾ ਫਾਲ ਆ ਗਈ, ਅਸੀਂ ਉੱਥੇ ਜਾ ਕੇ ਨਿਊਯਾਰਕ ਵਿਆਹ ਕਰਾਇਆ। There's another possible answer. You can say this answer in a different way as well. After consulting with the immigration lawyers, we were told by the lawyer that it is difficult to get married in India. Number one, because of the distance going to a foreign country, and she has not lived in India. Who knows, how she will be, facing the society and the climate in India is hot. Perhaps it's not good for her. That's number one reason. Number two reason is that she is Muslim and I am non-Muslim. So in India, if you have to get married, if you have to do a court marriage, and court marriage you have to do under Special Marriage Act. For this, there's a waiting time of at least a 30 days notice to the court.
and you have to advertise on the notice board. So that creates a lot of delay and potential problems that we would easily avoid in America. So that lawyer gave us good advice that we can do it practically a quick marriage in America without any problem, and because also I had the US visa. Yeah. Can you repeat my answer, please? ਜਦੋਂ ਰਜ਼ੀਆ ਨੇ ਆਪਣੇ ਇਮੀਗ੍ਰੇਸ਼ਨ ਲਾਇਰ ਦੇ ਨਾਲ ਗੱਲ ਕਰੀ, ਉਸਦੇ ਲਾਇਰ ਨੇ ਉਹਨੂੰ ਬਹੁਤ ਹੀ ਅੱਛੀ ਸਲਾਹ ਦਿੱਤੀ। ਉਸਨੇ ਇੱਕ ਤਾਂ ਫਸਟ ਦੱਸਿਆ ਕਿ ਤੂੰ ਇੰਡੀਆ ਇੰਨੀ ਦੂਰ ਕਿਵੇਂ ਜਾਏਂਗੀ, ਤੈਨੂੰ ਪ੍ਰੋਬਲਮ ਹੋ ਜਾਏਗੀ, ਉੱਥੇ ਦੇ ਵੈਦਰ ਕਦੇ ਵੀ ਨਹੀਂ ਗਈ ਤੇ ਉੱਥੇ ਦੇ ਕੋਈ ਤੇਰੇ ਨੋਨ ਖਾਸ ਰਿਸ਼ਤੇਦਾਰ ਹੈ ਨਹੀਂ, ਇਸ ਕਰਕੇ। ਤੇ ਸੈਕਿੰਡ ਪੁਆਇੰਟ ਇਹ ਹੈ, ਉਹ ਅਨਦਰ ਮਤਲਬ ਮੈਂ ਹਿੰਦੂ ਹਾਂ, ਉਹ ਮੁਸਲਿਮ ਹੈ। ਅਗਰ ਅਸੀਂ ਕੋਰਟ ਮੈਰਿਜ ਇੰਡੀਆ ਦੇ ਵਿੱਚ ਵਿਆਹ ਕਰਦੇ ਹਾਂ ਤਾਂ ਸਾਨੂੰ ਪਹਿਲਾਂ ਐਜ਼ ਅ ਕੋਰਟ ਦੇ ਵਿੱਚ ਇੱਕ ਫਾਰਮ ਫਿਲ ਕੇ ਨੋਟਿਸ ਲੱਗੇਗਾ, ਜਿਸਦੇ ਕਿ 1 ਮਹੀਨੇ ਬਾਅਦ ਜਾਂ ਮੇ ਵੀ ਉਸ ਤੋਂ ਜ਼ਿਆਦਾ ਟਾਈਮ ਨੋਟਿਸ ਪੀਰੀਅਡ ਮਿਲੇ, ਤੇ ਇਹ ਵੀ ਸਾਨੂੰ ਉਸ ਵਕਤ ਪ੍ਰੋਬਲਮ ਹੋ ਗਈ। ਇਸ ਕਰਕੇ ਫਿਰ ਅਸੀਂ ਇਹਦੇ ਨੇ ਜੋ ਲਾਇਰ ਨੇ ਸਲਾਹ ਦਿੱਤੀ ਸੀ ਕਿ ਤੁਸੀਂ ਅਮਰੀਕਾ ਆ ਜਾਓ, ਕੋਈ ਕਾਸਟਿਜ਼ਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ, ਸਿੰਪਲ ਐਂਡ ਸੋਬਰ ਵਿਆਹ ਹੋ ਜਾਏਗਾ। ਇਸ ਕਰਕੇ ਫਿਰ ਮੈਂ ਨਿਊਯਾਰਕ ਚਲੇ ਗਿਆ ਵਿਆਹ ਕਰਾਉਣ। ਮੇਰੇ ਕੋਲ ਯੂਐਸ ਦਾ ਵੀਜ਼ਾ ਸੀ। Good, that's okay. Can you describe to me your marriage ceremony in the church? What happened in the church? Can you describe the marriage ceremony procedure, please? ਸਾਡਾ ਸਾਰਾ ਕੁਝ ਹੋ ਗਿਆ ਸੀ ਬੁੱਕ। ਜਦੋਂ ਡਿਸੀਜਨ ਹੋ ਗਿਆ ਕਿ ਮੈਰਿਜ ਦੇ ਲਈ ਜਾਣਾ, ਉੱਥੇ ਆਲਰੇਡੀ ਹੀ ਮੈਂ ਤੇ ਰਜ਼ੀਆ ਅਸੀਂ 20 ਤਰੀਕ ਨੂੰ ਨਿਊਯਾਰਕ ਪਹੁੰਚ ਗਏ। 22 ਤਰੀਕ ਦੇ ਲਈ ਸਾਡਾ ਚਰਚ ਬੁੱਕ ਸੀ। ਅਸੀਂ 22 ਤਰੀਕ ਨੂੰ 3:30 ਵਜੇ ਦੇ ਕਰੀਬ ਚਰਚ ਦੇ ਵਿੱਚ ਐਂਟਰ ਕਰੇ, ਜਿੱਥੇ ਕਿ ਰਜ਼ੀਆ ਦੂਸਰੇ ਗੇਟ ਤੋਂ ਆਈ, ਮੈਂ ਇਕੱਠੇ ਹੀ ਐਂਟਰ ਕਰੇ। ਉਸ ਤੋਂ ਬਾਅਦ ਉੱਥੇ ਇੱਕ ਪਾਦਰੀ ਜੀ ਸੀ, ਜਿਨ੍ਹਾਂ ਨੇ ਸਾਨੂੰ ਦੇਖ ਕੇ ਬਹੁਤ ਹੀ ਖੁਸ਼ੀ ਕਰਦੇ ਹੋਏ ਹੱਕ ਕਰੀ, ਤੇ ਸਾਨੂੰ ਉਹਨੇ ਕਿਹਾ ਕਿ ਤੁਸੀਂ ਇੱਕ ਦੂਸਰੇ ਨੂੰ ਜੋ ਮੈਂ ਰੀਡ ਕਰਾਂਗੀ ਉਹਨੂੰ ਤੁਸੀਂ ਰੀਡ ਕਰਨਾ। ਅਸੀਂ ਦੋਨੋਂ ਜਾਣੇ ਬਹੁਤ ਹੀ ਖੁਸ਼ ਸੀ। ਦੋਨਾਂ ਨੇ ਇੱਕ ਦੂਸਰੇ ਨੂੰ ਦੇਖਿਆ, ਪਾਦਰੀ ਨੇ ਜੋ ਜੋ ਪੜ੍ਹਿਆ ਅਸੀਂ ਉਹਦੇ ਬੈਕ ਟੂ ਬੈਕ ਬੋਲਦੇ ਗਏ। ਉਹਦੇ ਵਿੱਚ ਉਹਨਾਂ ਨੇ ਫਿਰ ਸਾਨੂੰ ਕਿਹਾ ਕਿ ਤੁਸੀਂ ਆਪਣੀ ਰਿੰਗ ਸ਼ੇਅਰ ਕਰੋ। ਫਿਰ ਅਸੀਂ ਆਪਣੀ ਰਿੰਗ ਸ਼ੇਅਰ ਕਰੀਆਂ ਦੋਨਾਂ ਨੇ ਇੱਕ ਦੂਸਰੇ ਨੂੰ। ਫਿਰ ਉਹਨੇ ਕਿਹਾ ਕਿ ਤੁਸੀਂ ਆਪਣਾ ਲਵ ਵੀ ਸ਼ੇਅਰ ਕਰ ਸਕਦੇ ਹੋ। ਇੱਦਾਂ ਹੀ ਫਿਰ ਅਸੀਂ ਦੋਨਾਂ ਨੇ ਇੱਕ ਦੂਸਰੇ ਨੂੰ ਕਿਸ ਕਰੀਆਂ। ਉਹਦੀਆਂ ਸਾਡੇ ਕੋਲ ਪਿਕਚਰਸ ਵੀ ਨੇ, ਤੁਸੀਂ ਦੇਖ ਸਕਦੇ ਹੋ। ਉਹ ਤੋਂ ਬਾਅਦ ਉਹਨੇ ਸਾਨੂੰ ਉੱਥੇ ਇੱਕ ਹੋਰ ਸੀ ਜਿਹੜੇ ਸਾਡੇ ਪਿਕਚਰਸ ਲੈ ਰਹੇ ਸੀ, ਉਹਨਾਂ ਨੇ ਫਿਰ ਸਾਨੂੰ ਜਦੋਂ ਅਸੀਂ ਇੱਕ ਦੂਸਰੇ ਨੂੰ ਕਿਸ ਕਰਿਆ, ਹੱਗ ਕਰਿਆ, ਉਹ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਕੰਗ੍ਰੈਚੁਲੇਸ਼ਨ ਤੁਹਾਡੀ ਮੈਰਿਜ ਹੋ ਗਈ ਹੈ। ਉਹਨਾਂ ਨੇ ਸਾਨੂੰ ਇੱਕ ਛੋਟਾ ਜਿਹਾ ਗਿਫਟ ਦਿੱਤਾ, ਚਾਕਲੇਟਸ ਅਸੀਂ ਖਾਧੀਆਂ। ਉਹ ਤੋਂ ਬਾਅਦ ਅਸੀਂ ਉੱਥੇ ਹੀ ਰਹੇ, ਘੁੰਮੇ ਫਿਰੇ ਨਾਇਗਰਾ ਫਾਲ, ਤੇ ਇਸ ਤਰ੍ਹਾਂ ਸਾਡੀ ਮੈਰਿਜ ਨਾਇਗਰਾ ਫਾਲ ਦੇ ਵਿੱਚ ਹੋਈ। How many people were attending the ceremony? How many people were inside the church? ਉਸ ਵਕਤ ਸ਼ਾਮ ਦੇ 3:30 ਵੱਜ ਚੁੱਕੇ ਸੀ। ਉੱਥੇ ਸਿਰਫ 2 ਹੀ ਪੀਪਲ ਸਨ ਚਰਚ ਦੇ ਵਿੱਚ, ਮੈਂ ਸੀ, ਰਜ਼ੀਆ ਸੀ, ਤੇ ਇੱਕ ਜੋ ਪਾਦਰੀ ਸੀ, ਇੱਕ ਉਹਨਾਂ ਦੇ ਨਾਲ ਹੋਰ ਉੱਥੇ ਦੇ ਹੀ ਲੋਕਲ ਲਾਈਟ ਸੀ। ਸਿਰਫ ਟੋਟਲ 4 ਬੰਦੇ ਸੀ ਅਸੀਂ ਚਰਚ ਦੇ ਵਿੱਚ। ਸਰ ਇਹਦਾ ਤੁਸੀਂ ਮਿਸ ਕਰ ਗਏ। ਇੱਥੇ ਆਨਸਰ ਤੁਸੀਂ ਬੜਾ ਇਮੋਸ਼ਨਲ ਦੇ ਸਕਦੇ ਸੀ, ਤੁਸੀਂ ਦਿੱਤਾ ਨਹੀਂ ਇਮੋਸ਼ਨਲ। ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀ ਇਹ ਕਿ ਵੀ ਇੱਕ ਜ਼ਿੰਦਗੀ ਦਾ ਇੱਕ ਮੌਕਾ ਹੁੰਦਾ, ਪਹਿਲੀ ਵਾਰ ਵਿਆਹ ਕਰਾ ਰਿਹਾ ਬੰਦਾ। ਆਪਾਂ ਚਾਹੁੰਦੇ ਹਾਂ ਕਿ ਵੀ ਕੋਈ ਸਾਡੇ ਮਾਮਾ ਜੀ, ਚਾਚਾ ਜੀ, ਫੁੱਫੜ ਜੀ, ਫਲਾਨਾ ਜੀ ਇੱਧਰ ਕੋਈ ਆਏ, ਕੋਈ ਇੱਕ ਜਮਾਵੜਾ ਇਕੱਠਾ ਹੋਏ ਜੀ, ਇੱਕ ਐਟਲੀਸਟ 100-200 ਬੰਦਾ ਇਕੱਠਾ ਹੋ ਜੇ। ਇੰਡੀਆ ਹੁੰਦਾ ਤੇ ਇਦਾਂ ਹੁੰਦਾ ਸੀ, ਪਰ ਕੀ ਕਰੀਏ। ਮੈਂ ਤੇ ਬੜਾ ਮਤਲਬ ਮੈਨੂੰ ਇਸ ਗੱਲ ਦਾ ਬੜਾ ਮਲਾਲ ਰਹਿ ਗਿਆ ਕਿ ਵੀ ਸਾਡੇ ਨੋਨ ਦੇ ਵਿੱਚ ਕੋਈ ਸੀਗਾ ਨਹੀਂ, ਇਸ ਕਰਕੇ ਸਿਰਫ 4 ਬੰਦੇ ਹੀ ਇਕੱਠੇ ਹੋ ਸਕੇ, ਜਿਹੜੇ ਜ਼ਰੂਰੀ ਸੀ ਲੀਗਲ ਉਹੀ ਬੰਦੇ ਆ ਸਕੇ, ਬਾਕੀ ਕੋਈ ਆ ਸਕੇ। ਬਾਕੀ ਤੁਸੀਂ ਫੋਟੋ ਦੇਖ ਲਓ ਕੌਣ ਕੌਣ ਹੈ ਉਹਦੇ ਵਿੱਚ। ਇੱਕ ਵਿਟਨੈਸ ਵੀ ਹੈ, ਇੱਕ ਪਾਦਰੀ ਹੈ, ਇੱਕ ਮੇਰੀ ਵਾਈਫ ਹੈ, ਤੇ ਆਖਿਰ ਚ ਮੈਂ ਬਚਿਆ। ਇਸ ਤਰ੍ਹਾਂ ਤੁਸੀਂ ਇਮੋਸ਼ਨ ਨਾਲ ਕਹਿਣਾ। ਦੁਬਾਰਾ ਰਿਪੀਟ ਕਰੋ ਸਰ ਆਨਸਰ। ਹਾਂਜੀ, ਅਸੀਂ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਵਿਆਹ ਹੁੰਦਾ, ਅਸੀਂ ਵੀ ਚਾਹੁੰਦੇ ਸੀ ਕਿ ਮੇਰਾ ਵਿਆਹ ਹੈ, ਮੇਰੇ ਰਿਸ਼ਤੇਦਾਰ ਆਉਣ, ਦੋਸਤ ਆਉਣ, 100-200 ਬੰਦਾ ਆਵੇ, ਸਾਨੂੰ ਵੀ ਬੜਾ ਚਾਅ ਸੀ। ਪਰ ਉਸ ਵਕਤ US ਦੇ ਵਿੱਚ ਜਾਣ ਕਰਕੇ ਨਾ ਹੀ ਮੇਰੇ ਕੋਈ ਉੱਥੇ ਰਿਲੇਟਿਵ ਸੀ, ਨਾ ਹੀ ਮੇਰੇ ਮਾਸੀ ਫੁੱਫੜ ਕੋਈ ਆ ਸਕੇ ਉੱਥੇ। ਮੇਨ ਜੋ ਸਾਡੇ ਰਿਲੇਟਿਵ ਸੀ, ਅਸੀਂ ਉਹਨਾਂ ਤੋਂ ਕੰਗ੍ਰੈਚੁਲੇਸ਼ਨ ਹੋਣ ਤੇ ਪਹਿਲਾਂ ਹੀ ਗੱਲਬਾਤ ਕਰ ਲਈ ਸੀ। ਫਿਰ ਅਸੀਂ ਉੱਥੇ ਸਿਰਫ 4 ਹੀ ਬੰਦੇ ਸੀ। ਆਹ ਤੁਸੀਂ ਦੇਖ ਸਕਦੇ ਹੋ ਫੋਟੋਆਂ ਦੇ ਵਿੱਚ, ਮੈਂ ਸੀ, ਮੇਰੀ ਵਾਈਫ ਹੈ, ਨਾਲ ਸਾਡੇ ਪਾਦਰੀ ਸਾਹਿਬ ਨੇ, ਇੱਕ ਵਿਟਨੈਸ ਹੈ। ਇਹਦਾ ਮੈਨੂੰ ਵੀ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਜੇ ਮੈਂ ਇੰਡੀਆ ਦੇ ਵਿੱਚ ਹੁੰਦਾ ਤਾਂ 100-200 ਤੋਂ ਵੱਧ ਬੰਦੇ ਹੁੰਦੇ, ਪਰ ਅਮਰੀਕਾ ਦੇ ਵਿੱਚ ਨਾ ਹੀ ਮੇਰੇ ਰਿਲੇਟਿਵ ਸੀ, ਨਾ ਹੀ ਮੇਰੇ ਰਿਸ਼ਤੇਦਾਰ ਸੀ। ਇਸ ਕਰਕੇ ਅਸੀਂ ਉੱਥੇ ਇਕੱਠ ਨਹੀਂ ਹੋ ਕਰ ਸਕੇ। After the marriage, how many days did you live together with your wife?
ਮੈਰਿਜ ਤੋਂ ਬਾਅਦ ਤਾਂ ਮੈਂ ਆਪਣੀ ਵਾਈਫ ਦੇ ਨਾਲ 6 ਮਹੀਨੇ ਤਾਂ ਅਮਰੀਕਾ ਦੇ ਵਿੱਚ ਹੀ ਅਸੀਂ ਇਕੱਠੇ ਰਹੇ। 7 ਦਿਨਾਂ ਦੇ ਲਈ ਤਾਂ ਸਾਡਾ ਨਿਊਯਾਰਕ ਦੇ ਵਿੱਚ ਹਨੀਮੂਨ ਦੇ ਲਈ ਬੈਸਟ ਵੈਸਟਰਨ ਹੋਟਲ ਹੀ ਬੁੱਕ ਸੀ। ਉਹਦੀਆਂ ਮੇਰੇ ਕੋਲ ਰਸੀਦ ਹੈ ਤੇ ਮੈਂ ਸਾਡੀਆਂ ਫੋਟੋਜ਼ ਨੇ। ਉਸ ਤੋਂ ਬਾਅਦ ਅਸੀਂ ਬੈਸਟ ਵੈਸਟਰਨ ਤੇ 7 ਦਿਨ ਰਹਿਣ ਤੋਂ ਬਾਅਦ ਅਸੀਂ ਫਿਰ ਸਿਆਟਲ ਦੇ ਲਈ ਫਲਾਈ ਹੋ ਗਏ। ਸਿਆਟਲ ਦੇ ਵਿੱਚ ਅਸੀਂ ਇਕੱਠੇ ਰਹੇ। ਸਾਡੇ ਕੋਲ ਬਿੱਲ ਹੈ, ਅਸੀਂ ਇਕੱਠੇ ਰਹਿੰਦੇ ਰਹੇ ਸਿਆਟਲ ਦੇ ਵਿੱਚ। ਉੱਥੇ ਦੀ ਨਾਈਟ ਲਾਈਫ ਦੇਖੀ, ਉੱਥੇ ਦੇ ਬੀਚ ਦੇਖੇ। ਉਸ ਤੋਂ ਬਾਅਦ ਮੇਰੇ ਇੱਕ ਰਿਲੇਟਿਵ ਨੇ, ਉਹਨਾਂ ਦੇ ਨੋਨ ਨੇ ਬਲਜੀਤ ਬਾਹਰਾ ਜੀ, ਜਿਨ੍ਹਾਂ ਦੀ ਬੇਸਮੈਂਟ ਦੇ ਵਿੱਚ ਮੈਂ 1 ਦਸੰਬਰ ਤੋਂ ਲੈ ਕੇ 16 ਜੁਲਾਈ ਤੱਕ ਅਸੀਂ ਇਕੱਠੇ ਹੀ ਰਹੇ ਹਾਂ। ਮੈਂ ਰਜ਼ੀਆ ਨੂੰ ਦੱਸਿਆ ਕਿ ਰਜ਼ੀਆ ਮੇਰੇ ਕੋਲ ਬੇਸਮੈਂਟ ਹੈ, ਰਜ਼ੀਆ ਦੀ ਪੋਰਟ ਆਫ ਐਂਟਰੀ ਆਫੀਸ਼ੀਅਲੀ US ਦੀ ਵੈਬਸਾਈਟ ਤੋਂ ਨਿਕਲੇ ਹੋਏ ਆ। ਅਸੀਂ ਉੱਥੇ ਐਜ਼ ਆਲਰੇਡੀ ਹੀ ਹਸਬੈਂਡ ਵਾਈਫ ਦੀ ਤਰ੍ਹਾਂ ਬਰਥਡੇ ਸੈਲੀਬ੍ਰੇਟ ਕਰਨਾ, ਖੁਸ਼ ਹੋਣਾ, ਰਜ਼ੀਆ ਦਾ ਬਰਥਡੇ ਸੈਲੀਬ੍ਰੇਟ ਕਰਨਾ, ਮੇਰਾ ਬਰਥਡੇ ਸੈਲੀਬ੍ਰੇਟ ਕਰਨਾ, ਅਸੀਂ ਉੱਥੇ ਐਜ਼ ਹੀ ਇਕੱਠੇ ਰਹਿੰਦੇ ਰਹੇ ਹਾਂ। ਇਹ ਮੇਰੀ ਰਜ਼ੀਆ ਦੇ ਨਾਲ ਉੱਥੇ ਦੀ ਰਹਿੰਦੇ ਹੋਏ ਦੀ ਫੋਟੋਆਂ, ਇਕੱਠੇ ਰਹਿੰਦੇ ਹੋਏ ਦੀ। ਤੇ ਬਲਜੀਤ ਬਾਹਰਾ ਦੀ ਲੈਟਰ ਵੀ ਹੈ ਜੋ ਕਿ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਫਿਰ ਰਜ਼ੀਆ ਨੂੰ ਇੰਡੀਆ ਆਈ 2 ਸਾਲ ਬਾਅਦ। ਇੰਡੀਆ ਦੇ ਵਿੱਚ ਫਸਟ ਟਾਈਮ ਉਹ 13 ਮਈ 2022 ਦੇ ਵਿੱਚ ਆਈ। ਉੱਥੋਂ ਤੋਂ ਲੈ ਕੇ 1 ਮਹੀਨੇ ਉਹ 13 ਮਈ 2022 ਤੱਕ ਮੇਰੇ ਕੋਲ ਰਹੀ, ਜਿਹਦੇ ਕੀ ਵਿੱਚ ਮੇਰੇ ਘਰਦਿਆਂ ਨੂੰ ਮਿਲਣਾ ਜੁਲਣਾ, ਮੇਰੇ ਨਾਲ ਰਹਿਣਾ। ਅਸੀਂ ਇੰਡੀਆ ਦੇ ਵਿੱਚ ਵੀ ਇੱਕ ਵਾਰੀ ਹਨੀਮੂਨ ਮਨਾਉਣ ਗਏ, ਉਹਦੀਆਂ ਵੀ ਮੇਰੇ ਕੋਲ ਪਿਕਚਰ ਨੇ, ਰਸੀਦ ਨੇ। ਉਸ ਤੋਂ ਬਾਅਦ ਉਹ ਫਿਰ 1 ਸਾਲ ਬਾਅਦ ਮੇਰੇ ਕੋਲ ਮੇਰੇ ਨਾਲ ਇੰਡੀਆ ਦੇ ਵਿੱਚ ਰਹਿਣ ਲਈ ਆਈ। 1 ਫਰਵਰੀ 2023 ਤੋਂ ਲੈ ਕੇ 28 ਫਰਵਰੀ 2023 ਤੱਕ ਅਸੀਂ ਇਕੱਠੇ ਰਹੇ। ਸਾਡੀਆਂ ਫੋਟੋਜ਼ ਨੇ। ਐਤਕੀ ਤੀਸਰੀ ਵਾਰੀ ਫਿਰ ਮੇਰੇ ਲਈ ਆਈ ਹੋਈ ਹੈ, ਜੋ ਕਿ 31 ਦੀ ਮਾਰਚ ਨੂੰ 2024 ਨੂੰ 에ਅਰਪੋਰਟ ਤੇ ਇੱਥੇ ਦਿੱਲੀ ਵਿੱਚ ਉਤਰੀ ਹੈ ਤੇ ਹੁਣ ਮੇਰੇ ਨਾਲ ਇਸ ਵਕਤ ਬਾਹਰ ਬੈਠੀ ਹੋਈ ਹੈ। ਆਖਰੀ ਸੈਂਟੈਂਸ ਕਹਿਣਾ ਜ਼ਰੂਰ ਹੈ ਕਿ ਵੀ ਆਫਟਰ ਮੈਰਿਜ ਐਜ਼ ਅ ਪਤੀ ਪਤਨੀ ਅਸੀਂ ਕਰੀਬ 13-14 ਮਹੀਨੇ ਇਕੱਠੇ ਬਿਤਾ ਚੁੱਕੇ हैं। नहीं, I'm sorry, I take it back, क्योंकि 6 ਮਹੀਨੇ ਇੱਥੇ ਆਪਣਾ ਉਧਰ, ਮਤਲਬ ਇਨਕਲੂਡਿੰਗ ਬਿਫੋਰ ਮੈਰਿਜ ਆਲਸੋ। ਮੈਰਿਜ ਤੋਂ ਪਹਿਲਾਂ ਵੀ ਤੁਸੀਂ 4 ਮਹੀਨੇ ਇਕੱਠੇ ਰਹੇ? ਮੈਰਿਜ ਤੋਂ ਪਹਿਲਾਂ ਵੀ 4 ਮਹੀਨੇ ਇਕੱਠੇ ਰਹੇ। ਫਿਰ ਇੱਥੇ ਬਿਲਿੰਗਹੈਮ ਵੀ 6 ਮਹੀਨੇ ਰਹੇ ਕਰੀਬ ਤੇ 10 ਮਹੀਨੇ ਇੱਧਰ ਹੋ ਗਏ ਤੇ ਇੰਡੀਆ ਵੀ ਮੇਰੇ ਖਿਆਲ 3-4 ਮਹੀਨੇ ਉੱਥੇ ਰਹੇ। ਤੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਬਈ in the entire story as a couple we have spent close to 13 to 14 months together living under the same roof। ਇਹਨੂੰ ਦੁਬਾਰਾ ਬੋਲੋ ਜਰਾ। ਹਾਂਜੀ, ਐਜ਼ ਅ ਕਪਲ ਅਸੀਂ ਆਲਰੇਡੀ ਹੀ, ਮੈਂ ਤੇ ਰਜ਼ੀਆ ਇੱਕ ਛੱਤ ਦੇ ਥੱਲੇ ਨੀਅਰ ਅਬਾਊਟ 13 ਮਹੀਨੇ ਅਸੀਂ ਇਕੱਠੇ ਹੀ ਰਹਿ ਚੁੱਕੇ ਹਾਂ ਐਜ਼ ਅ ਹਸਬੈਂਡ ਵਾਈਫ। 6 ਮਹੀਨੇ ਤਾਂ US ਦੇ ਵਿੱਚ ਹੀ ਅਸੀਂ ਵਿਆਹ ਤੋਂ ਬਾਅਦ ਰਹੇ ਹਾਂ। ਉਹ ਤੋਂ ਪਹਿਲਾਂ 4 ਮਹੀਨੇ ਕੈਨੇਡਾ ਦੇ ਵਿੱਚ ਅਸੀਂ ਇੱਕ ਬੇਸਮੈਂਟ ਦੇ ਵਿੱਚ ਰਹੇ ਹਾਂ। ਉਸ ਤੋਂ ਬਾਅਦ ਇਹ 2 ਵਾਰੀ ਇੰਡੀਆ ਆ ਚੁੱਕੀ ਹੈ, 1 ਤੋਂ 1.5 ਮਹੀਨਾ, 1.5 ਤੋਂ 1 ਮਹੀਨਾ, 2 ਵਾਰੀ ਇੰਡੀਆ ਦੇ ਵਿੱਚ। ਹੁਣ ਵੀ ਇਹ ਮੇਰੇ ਲਈ ਆਈ ਹੋਈ ਹੈ 31 ਦੀ ਮਾਰਚ ਨੂੰ ਆਈ ਹੈ ਤੇ ਹੁਣ ਵੀ ਅਸੀਂ ਇਕੱਠੇ ਹੀ ਹਾਂ। ਰਜ਼ੀਆ ਦਾ ਆਪਣੇ ਸਹੁਰੇ ਪਰਿਵਾਰ ਨਾਲ ਕੀ ਕਨੈਕਸ਼ਨ ਹੈ, ਕਿਸ ਤਰ੍ਹਾਂ ਹੈ, ਉਹਦੇ ਬਾਰੇ ਦੱਸੋ ਕਿ ਵੀ ਤੁਹਾਡੇ ਮਾਤਾ ਪਿਤਾ ਇਹਨੂੰ ਕਿਸ ਤਰ੍ਹਾਂ ਟਰੀਟ ਕਰਦੇ ਹੈ, ਇਹ ਉਹਨਾਂ ਨੂੰ ਟਰੀਟ ਕਿਸ ਤਰ੍ਹਾਂ ਕਰਦੀ ਹੈ, ਇਹਨਾਂ ਦੇ ਵਿੱਚ ਲਿੰਕੇਜ ਹੈ, ਉਹਦੇ ਬਾਰੇ ਦੱਸੋ ਕੀ ਹੈ ਲਿੰਕੇਜ। ਹਾਂਜੀ, ਰਜ਼ੀਆ ਦਾ ਮੇਰੇ ਫਾਦਰ ਸਾਹਿਬ ਦੇ ਨਾਲ ਬਹੁਤ ਹੀ ਵਧੀਆ ਸੁਭਾਅ ਹੈ ਤੇ ਜਦੋਂ ਰਜ਼ੀਆ ਫਸਟ ਟਾਈਮ ਇੰਡੀਆ ਦੇ ਵਿੱਚ ਆਈ ਤਾਂ ਮੇਰੇ ਫਾਦਰ ਸਾਹਿਬ ਹੀ ਸਭ ਤੋਂ ਪਹਿਲਾਂ ਉਹਨੂੰ ਵੈਲਕਮ ਕਰਨ ਦੇ ਲਈ ਦਿੱਲੀ 에ਅਰਪੋਰਟ ਆਏ। ਉਹਨਾਂ ਦੇ ਮੇਰੇ ਫਾਦਰ ਸਾਹਿਬ ਤੇ ਰਜ਼ੀਆ ਦੀ ਵੈਲਕਮ ਕਰਦੇ ਹੋਏ ਦੀ ਪਿਕਚਰਸ ਨੇ, ਤੁਸੀਂ ਦੇਖ ਸਕਦੇ ਹੋ 에ਅਰਪੋਰਟ ਦੇ ਉੱਤੇ। ਉਸ ਤੋਂ ਬਾਅਦ ਰਜ਼ੀਆ ਤੇ ਮੇਰੇ ਫਾਦਰ ਸਾਹਿਬ ਨੇ, ਰਜ਼ੀਆ ਨੇ ਸਭ ਤੋਂ ਪਹਿਲਾਂ ਮੇਰੇ ਫਾਦਰ ਸਾਹਿਬ ਦੇ ਪੈਰਾਂ ਨੂੰ ਹੱਥ ਲਾਇਆ ਤੇ ਫਾਦਰ ਸਾਹਿਬ ਨੇ ਬੜੇ ਖੁਸ਼ ਹੋ ਕੇ ਸਾਨੂੰ ਦੋਨਾਂ ਨੂੰ ਹੱਗ ਕਰਿਆ। ਤੇ ਫਿਰ ਅਸੀਂ ਆਪਣੇ ਘਰ ਦੇ ਲਈ ਇੰਡੀਆ, ਜੋ ਕਿ ਲੁਧਿਆਣੇ ਦੇ ਵਿੱਚ ਹੈ, ਉੱਥੇ ਆਉਣਾ ਸ਼ੁਰੂ ਕਰਿਆ। ਰਾਸਤੇ ਦੇ ਵਿੱਚ ਅਸੀਂ ਇਕੱਠਿਆਂ ਨੇ ਖਾਣਾ ਖਾਧਾ, ਉਹਦੀਆਂ ਵੀ ਮੇਰੇ ਕੋਲ ਪਿਕਚਰਸ ਨੇ ਫਾਦਰ ਸਾਹਿਬ ਨਾਲ। ਜਦੋਂ ਰਜ਼ੀਆ ਫਸਟ ਟਾਈਮ ਮੇਰੇ ਘਰੇ ਇੰਡੀਆ ਆਈ ਤਾਂ ਅਸੀਂ ਆਪਣੇ ਕਲਚਰ ਦੇ ਹਿਸਾਬ ਨਾਲ, ਮੰਮੀ ਨੇ ਗੇਟ ਦੇ ਉੱਤੇ ਫੁੱਲ ਵਗੈਰਾ ਲਾ ਕੇ ਨਾਰੀਅਲ ਫੋੜਿਆ। ਮੇਰੀ ਦੋਨੋਂ ਸਿਸਟਰ ਉੱਥੇ ਸੀ। ਅਸੀਂ ਇੱਕ ਦੂਸਰੇ ਨੂੰ ਹੱਗ ਕਰਕੇ ਪਹਿਲਾਂ ਨਾਰੀਅਲ ਫੋੜਿਆ, ਇਹਨੂੰ ਪਾਠ ਪੂਜਾ ਕਰਾਈ। ਉਹ ਤੋਂ ਬਾਅਦ ਫਿਰ ਮੇਰੀ ਮੰਮੀ ਨੇ ਰਜ਼ੀਆ ਨੂੰ ਇੱਕ ਕੰਨਾਂ ਦੇ ਵਿੱਚ ਪਾਉਣ ਦੇ ਲਈ ਵਾਲੀਆਂ ਦਿੱਤੀਆਂ। ਰਜ਼ੀਆ ਤੇ ਮੇਰੀ ਮੰਮੀ ਦੋਨੋਂ ਜਣਿਆਂ ਨੇ ਇੱਕ ਦੂਸਰੇ ਨੂੰ ਹੱਗ ਕਰਿਆ, ਕਿਸ ਕਰਿਆ ਤੇ ਉਹਨਾਂ ਨੂੰ ਵਾਲੀਆਂ ਦਿੰਦੇ ਹੋਏ ਦੀ ਫੋਟੋਆਂ ਵੀ ਨੇ। ਮੇਰੀ ਸਿਸਟਰ ਨੂੰ ਦੋਨਾਂ ਨੇ ਬਹੁਤ ਹੀ ਜ਼ਿਆਦਾ
ਮੇਰੀ ਭਾਬੀ ਨੂੰ ਮਤਲਬ ਆਪਣੀ ਭਾਬੀ ਨੂੰ ਮਿਲ ਕੇ ਬਹੁਤ ਜ਼ਿਆਦਾ ਖੁਸ਼ ਹੋਈਆਂ। ਅਸੀਂ ਫਿਰ ਇਕੱਠੇ ਹੀ ਘਰੇ ਆਏ, ਇਕੱਠੇ ਰਹੇ। ਮੰਮੀ ਨੇ ਸਭ ਤੋਂ ਪਹਿਲਾਂ ਰਜ਼ੀਆ ਨੂੰ ਪੂਜਾ ਕਰਾਈ। ਤੁਸੀਂ ਇਨਫੋਰਮੇਸ਼ਨ ਦੱਸਦੇ ਰਹੋ ਲੇਕਿਨ ਇਮੋਸ਼ਨ ਨਹੀਂ ਹੈ। ਇਮੋਸ਼ਨ ਦੇਖੋ, ਇੱਕ ਬਾਹਰ ਦੀ ਵਾਈਫ ਹੈ, ਬਾਹਰ ਦੀ ਕੰਟਰੀ ਤੋਂ ਆਈ ਹੈ, ਗੈਰ ਹਿੰਦੂ ਹੈ ਤੇ ਸੀਨੀਅਰ ਵੀ ਹੈ, ਸਭ ਕੁਝ ਹੈ। ਇੱਕ ਸਾਡੇ ਘਰਾਂ 'ਚ ਵਿੱਚ ਸਿਸਟਮ ਹੁੰਦਾ ਹੈ ਕਿ ਜਿਸ ਤਰ੍ਹਾਂ ਸਾਡੀ ਸਿਸਟਰ ਹੈ, ਆਪਣੀ ਭਾਬੀ ਨੂੰ ਮਿਲਣ ਦਾ ਇੱਕ ਸਿਸਟਮ ਹੁੰਦਾ ਕਿ ਵੀ ਭਾਬੀ ਆਈ ਹੈ, ਬਾਹਰ ਹੈ, ਬੜਾ ਚਾਅ ਹੈ ਨਨਾਣ ਦਾ ਮਿਲਣਾ ਜੁਲਣਾ, ਉਹਨਾਂ ਨਾਲ ਗੱਲਾਂ ਬਾਤਾਂ ਕਰਨੀ। ਇਹਦੇ ਬਾਰੇ ਤੁਸੀਂ ਇਮੋਸ਼ਨ ਲਾ ਕੇ ਦੱਸੋ ਨਾ। ਇਮੋਸ਼ਨ ਕਿ ਮੇਰੇ ਫਾਦਰ ਨੂੰ ਕਿੰਨਾ ਸ਼ੌਕ ਹੈ ਵੀ ਆਪਣੇ ਨੂੰਹ ਰਾਣੀ ਨੂੰ ਵੈਲਕਮ ਕਰਨਾ, ਮੇਰੀ ਮਦਰ ਨੂੰ ਕਿੰਨਾ ਉਹ ਹੈ ਸੀ ਚਾਅ ਹੈ ਕਿ ਵੀ ਇਹਨੂੰ ਰਿੰਗ ਦੇਣੇ। ਇਸ ਤਰ੍ਹਾਂ ਇਮੋਸ਼ਨ ਲਾ ਕੇ ਗੱਲ ਕਰੋ। ਪੁੱਟ ਸਮ ਇਮੋਸ਼ਨ ਇਨਟੂ ਦਿਸ, ਗੋ ਅਹੈਡ। ਹਾਂਜੀ, ਤੇ ਉਹ ਰਜ਼ੀਆ ਜਦੋਂ 에ਅਰਪੋਰਟ ਤੇ ਆਈ ਤੇ ਮੇਰੇ ਫਾਦਰ ਸਾਹਿਬ ਨੂੰ ਬਹੁਤ ਹੀ ਚਾਅ ਸੀ ਕਿ ਮੈਂ ਆਪਣੀ ਬਹੂ ਨੂੰ ਲੈਣ ਮੈਂ ਹੀ ਜਾਊਂਗਾ 에ਅਰਪੋਰਟ ਤੇ। ਮੇਰੇ ਫਾਦਰ ਸਾਹਿਬ ਤੇ ਮੈਂ ਅਸੀਂ 에ਅਰਪੋਰਟ ਤੇ ਗਏ ਲੈਣ ਉਹਨਾਂ ਨੂੰ। ਉੱਥੇ ਜਾ ਕੇ ਮੇਰੇ ਫਾਦਰ ਸਾਹਿਬ ਨੇ ਰਜ਼ੀਆ ਨੂੰ ਵੈਲਕਮ ਕਰਦੇ ਹੋਏ ਦੀਆਂ ਪਿਕਚਰਸ ਨੇ। ਆਹ ਦੇਖੋ ਕਿੰਨਾ ਮੇਰੇ ਫਾਦਰ ਸਾਹਿਬ ਨੂੰ ਚਾਅ ਹੈ, ਉਹਨਾਂ ਦੇ ਸਮਾਈਲ ਚਿਹਰੇ ਦੇ ਉੱਤੇ। ਅਸੀਂ ਇੱਦਾਂ ਹੀ ਕਰਦੇ ਹੋਏ ਫਿਰ ਵਾਪਸੀ ਜਦੋਂ ਘਰ ਆਉਣਾ ਸ਼ੁਰੂ ਕਰਿਆ ਤੇ ਮੇਰੀ ਮੌਮ ਨੇ ਰਜ਼ੀਆ ਦੇ ਲਈ ਬਹੁਤ ਹੀ ਖੂਬਸੂਰਤ ਤੋਹਫਾ ਰੱਖਿਆ ਹੋਇਆ ਸੀ, ਕੰਨਾਂ ਦੇ ਵਾਲੀਆਂ, ਜਿਹੜੀਆਂ ਕਿ ਜਿਵੇਂ ਹੀ ਰਜ਼ੀਆ ਆਈ ਉਹਨੂੰ ਮੇਰੀ ਮੰਮੀ ਨੇ ਹੱਕ ਕਰਕੇ ਸਭ ਤੋਂ ਪਹਿਲਾਂ ਰਜ਼ੀਆ ਨੂੰ ਕੰਨਾਂ ਦੀਆਂ ਵਾਲੀਆਂ ਗਿਫਟ ਕਰੀਆਂ। ਉਸ ਤੋਂ ਬਾਅਦ ਮੇਰੀ ਸਿਸਟਰ ਵੀ ਬਹੁਤ ਜ਼ਿਆਦਾ ਖੁਸ਼ ਸੀ ਕਿ ਸਾਡੀ ਭਾਬੀ ਬਾਹਰੋਂ ਆਈ ਹੈ, ਉਹਨੇ ਵੀ ਰਜ਼ੀਆ ਨੂੰ ਹੱਕ ਕਰਕੇ ਤੇ ਰਜ਼ੀਆ ਮੇਰੀ ਸਿਸਟਰ ਦੇ ਲਈ ਬਹੁਤ ਸਾਰੇ ਗਿਫਟ ਲੈ ਕੇ ਆਈ। ਉਵੇਂ ਹੀ ਕਰਦੇ ਫਿਰ ਰਜ਼ੀਆ ਦਾ ਘਰ ਦੇ ਜਦੋਂ ਅੰਦਰ ਅਸੀਂ ਸਵਾਗਤ ਕਰਿਆ ਸਭ ਤੋਂ ਪਹਿਲਾਂ ਰਜ਼ੀਆ ਤੋਂ ਅਸੀਂ ਮੰਦਿਰ ਦੇ ਵਿੱਚ ਪੂਜਾ ਕਰਵਾਈ। ਉਹ ਤੋਂ ਘਰ ਦਾ ਸਭ ਤੋਂ ਪਹਿਲਾਂ ਹਲਵਾ ਬਣਵਾਇਆ। ਉਸ ਤੋਂ ਬਾਅਦ ਹੀ ਰਜ਼ੀਆ ਸਾਡੇ ਘਰ ਦੇ ਵਿੱਚ ਕੋਈ ਖਾਣਾ ਬਣਾਉਣਾ ਸ਼ੁਰੂ ਕਰਿਆ। ਉੱਦਾਂ ਹੀ ਫਿਰ ਅਸੀਂ ਸਾਰੀ ਫੈਮਿਲੀ ਇਕੱਠੇ ਬੈਠ ਕੇ ਡਿਸਕਸ ਕਰਦਿਆਂ ਹੋਇਆਂ, ਇਕੱਠੇ ਰਹਿੰਦੇ ਹੋਏ, ਅਸੀਂ ਇਕੱਠੇ ਘੁੰਮਦੇ ਫਿਰਦੇ ਜਾਂਦੇ ਹੋਏ ਸਾਡੀ ਸਾਰੀਆਂ ਪਿਕਚਰਸ ਨੇ ਐਜ਼ ਅ ਫੈਮਿਲੀ ਦੇ ਵਿੱਚ ਇਕੱਠੇ ਦੀ। ਮੇਰੇ ਫਾਦਰ ਨੇ ਇੰਨੇ ਖੁਸ਼ ਹੋਏ ਸੀ ਕਿ ਉਹਨਾਂ ਨੇ ਸਪੈਸ਼ਲ ਰਜ਼ੀਆ ਨੂੰ ਸਰਪ੍ਰਾਈਜ਼ ਦੇਣ ਦੇ ਲਈ ਇੱਕ ਡਿਨਰ ਆਰਗੇਨਾਈਜ਼ ਕਰਿਆ ਸੀ, ਜਿਹਦੀਆਂ ਕਿ ਮੇਰੇ ਕੋਲ ਆਹ ਪਿਕਚਰਸ ਨੇ। ਉਹਦੇ ਵਿੱਚ ਮੇਰੇ ਫਾਦਰ ਸਾਹਿਬ, ਮੇਰੀ ਸਿਸਟਰ ਤੇ ਮੇਰੀ ਮੌਮ ਅਸੀਂ ਇਕੱਠੇ ਹੀ ਬੈਠਦੇ ਹੋਏ ਰਜ਼ੀਆ ਨੂੰ ਸਪੈਸ਼ਲ ਸਰਪ੍ਰਾਈਜ਼ ਕਰਦੇ ਹੋਏ ਆਪਣਾ ਡਿਨਰ ਦਿੱਤਾ। ਤੇ ਏਦਾਂ ਹੀ ਰਜ਼ੀਆ ਦਾ ਵੀ ਮੇਰੇ ਫਾਦਰ ਨੂੰ ਲੈ ਕੇ ਬਹੁਤ ਹੀ ਅੱਛਾ ਸੁਭਾਅ ਸੀ। ਅਕਸਰ ਹਮੇਸ਼ਾ ਹੀ ਇਹ ਫੋਨ ਤੇ ਵੀ ਜਦੋਂ ਮੈਨੂੰ ਫੋਨ ਆਉਂਦਾ ਰਹਿੰਦਾ ਸੀ ਤਾਂ ਰਜ਼ੀਆ ਗੱਲਾਂ ਕਰਦੀ ਰਹਿੰਦੀ ਸੀ ਔਰ ਫਾਦਰ ਸਾਹਿਬ ਨੂੰ ਪਰਸਨਲ ਵੀ ਫੋਨ ਕਰਕੇ ਗੱਲਬਾਤ ਕਰਦੇ ਰਹਿੰਦੇ ਸੀ। What is your relationship with the daughters of your wife? ਮੇਰਾ ਜੋ ਮੇਰੀਆਂ ਡਾਟਰ ਨੇ ਨਫੀਸਾ ਐਂਡ ਰਜ਼ੀਨਾ ਅਲੀ ਸਟੈਪ ਡਾਟਰਸ, ਉਹਨਾਂ ਨਾਲ ਬਹੁਤ ਹੀ ਅੱਛਾ ਮੇਰਾ ਸੁਭਾਅ ਹੈ। ਉਹਨਾਂ ਨੇ ਤਾਂ ਮੈਨੂੰ ਪਹਿਲਾਂ ਆਲਰੇਡੀ ਹੀ ਜਦੋਂ ਮੈਂ ਕੈਨੇਡਾ ਦੇ ਵਿੱਚ ਰਹਿੰਦਾ ਸੀ ਐਜ਼ ਅ ਸਟੈਪ ਫਾਦਰ ਪਹਿਲਾਂ ਹੀ ਅਪਰੂਵ ਕਰ ਦਿੱਤਾ ਸੀ। ਫਿਰ ਉਸ ਤੋਂ ਬਾਅਦ ਜਦੋਂ ਮੈਂ ਮੈਰਿਜ ਕਰ ਲਈ ਫਿਰ ਮੇਰੀ ਨਫੀਸਾ ਰਜ਼ੀਨਾ ਨਾਲ ਗੱਲਬਾਤ ਹਮੇਸ਼ਾ ਹੁੰਦੀ ਰਹਿੰਦੀ ਸੀ। ਆਹ ਮੇਰੇ ਕੋਲ ਉਹਨਾਂ ਦੀ ਚੈਟ ਦੀ ਸਕਰੀਨਸ਼ਾਟ ਵੀ ਨੇ ਜਿਹਦੇ ਵਿੱਚ ਅਕਸਰ ਨਫੀਸਾ ਔਰ ਰਜ਼ੀਨਾ ਦੋਨੋਂ ਜਾਣੇ ਆਪਣੇ ਡੇਲੀ ਸਕੂਲ ਦੀ ਡਿਸਕਸ ਕਰਦੇ ਰਹਿੰਦੇ ਸੀ ਮੇਰੇ ਨਾਲ। ਕ੍ਰਿਮਨੋਲੋਜੀ ਲਾਅ ਜਿੱਦਾਂ ਉਹਨਾਂ ਦੀ ਬੜੀ ਬੇਟੀ ਨਫੀਸਾ ਕਰਦੀ ਹੈ, ਉਹ ਅਕਸਰ ਮੈਨੂੰ ਹਮੇਸ਼ਾ ਆਪਣੀ ਸਟੱਡੀ, ਉਹਨੇ ਕੰਮ ਕਰਦੀ ਹੈ ਗਿਲਫਰਡ ਮਾਲ ਦੇ ਵਿੱਚ, ਉਹਦੇ ਬਾਰੇ ਡਿਸਕਸ ਕਰਦੀ ਰਹਿੰਦੀ ਸੀ ਕਿ ਮੇਰੇ ਕੰਮ ਤੇ ਅੱਜ ਐਂ ਹੋ ਗਿਆ ਜੀ, ਮੈਨੂੰ ਅੱਜ ਮੇਰੇ ਮੈਨੇਜਰ ਨੇ ਐਵੇਂ ਕਹਿਤਾ। ਅਸੀਂ ਦੋਨੋਂ ਇੱਕ ਦੂਸਰੇ ਨੂੰ ਬਹੁਤ ਹੀ ਧਿਆਨ ਨਾਲ ਗੱਲ ਸੁਣਦੇ ਹਾਂ, ਗੁੱਡ ਲਿਸਨਰ ਹਾਂ, ਇੱਕ ਦੂਸਰੇ ਦੀ ਗੱਲ ਸਮਝਦੇ ਹਾਂ ਤੇ ਇੱਕ ਦੂਸਰੇ ਨੂੰ ਪੂਰਾ ਪ੍ਰੋਪਰ ਅਸੀਂ ਰਿਸਪੈਕਟ ਦੇ ਨਾਲ ਬੁਲਾਉਣਾ। ਤੇ ਉਹਨੇ ਜੋ ਵੀ ਘਰ ਦੇ ਵਿੱਚ ਹੋਣਾ ਉਹਨੇ ਮੈਨੂੰ ਜ਼ਰੂਰ ਦੱਸਣਾ ਕਿ ਅੱਜ ਮੈਂ ਆਹ ਬਾਏ ਕਰਨਾ ਹੈ ਫੂਡ, ਜਿੱਦਾਂ ਕਿ ਮੇਰੀ ਮੈਰਿਜ ਐਨਵਰਸਰੀ ਆਉਣਾ ਜਾਂ ਮੈਂ ਉਹ ਨਫੀਸਾ ਰਜ਼ੀਨਾ ਦਾ ਬਰਥਡੇ ਆਉਣਾ, ਸਾਡਾ ਬਰਥਡੇ ਆਉਣਾ, ਤਾਂ ਮੈਂ ਉਹਨਾਂ ਨੂੰ ਹਮੇਸ਼ਾ ਸਪੈਸ਼ਲ ਕੁਛ ਨਾ ਕੁਛ ਉੱਥੇ ਕਹਿਣਾ। ਤੇ ਆਹ ਉਹਦੀਆਂ ਮੇਰੇ ਕੋਲ ਪਿਕਚਰਸ ਨੇ ਜਿੱਦਾਂ ਕਿ ਕੇਕ ਖਾਂਦੇ ਹੋਏ ਦੀ ਉਹਨਾਂ ਦੀ। ਨਫੀਸਾ ਰਜ਼ੀਨਾ ਜਦੋਂ ਕਲੱਬ ਵਗੈਰਾ ਗਈਆਂ ਨੇ ਉਹਨਾਂ ਨੇ ਮੈਨੂੰ ਫੋਟੋਆਂ ਸੈਂਡ ਕਰੀਆਂ ਨੇ। ਆਹ ਉਹਨਾਂ ਦੀ ਮੇਰੇ ਕੋਲ ਮੈਸੇਜ ਦੀ ਸਕਰੀਨਸ਼ਾਟ ਹੈ। Okay. What do the daughters call you? How do they address you? How do they talk to you? What do they call you? ਮੈਂ ਸਮਝ ਨਹੀਂ ਪਾਇਆ ਕੁਐਸਚਨ, ਸਰ ਦੁਬਾਰਾ ਰਿਪੀਟ ਕਰੇ। ਜਿਹੜੇ ਉਹਨਾਂ ਦੀ ਬੇਟੀਆਂ ਤੁਹਾਨੂੰ ਕੀ ਕਹਿ ਕੇ ਬੁਲਾਉਂਦੀਆਂ ਤੁਹਾਨੂੰ? ਉਹ ਮੈਨੂੰ ਸਿਰਫ ਸਤਿਅਮ ਜਾਂ ਕਈ ਵਾਰੀ ਅੰਕਲ ਕਹਿ ਕੇ ਬੁਲਾਉਂਦੀਆਂ ਨੇ। But you said stepdad. Why? How do we know that they're treating you as a stepdad? ਇਹ ਉਹਨਾਂ ਨੇ ਮੈਨੂੰ ਜੋ ਲੈਟਰ ਲਿਖਿਆ ਹੈ ਆਫੀਸ਼ੀਅਲੀ, ਉਹਦੇ ਵਿੱਚ ਰਜ਼ੀਨਾ ਦੇ
ਨਫੀਸਾ ਨੇ ਸਟੈਪ ਡੈਡੀ ਹੈ, ਬਟ ਅਸੀਂ ਇੱਕ ਲਾਈਕ ਸਾਡਾ ਮੇਰਾ ਨਫੀਸਾ ਤੇ ਰਜੀਨਾ ਦੇ ਨਾਲ ਰਿਲੇਸ਼ਨ ਹੀ ਐਸਾ ਹੈ ਕਿ ਅਸੀਂ ਦੋਨੋਂ ਐਜ਼ ਅ ਇੱਕ ਤਰ੍ਹਾਂ ਦੇ ਫਰੈਂਡ ਹੀ ਹਾਂ, ਕਿ ਉਹਨਾਂ ਨੇ ਕਦੇ ਮੇਰੇ ਤੋਂ ਕੋਈ ਗੱਲ ਸ਼ੇਅਰ ਕਰਨ ਲੱਗੇ ਚਾਹੇ ਕਦੇ ਸ਼ਰਮਾਏ ਨਹੀਂ ਹੈ, ਹਿਚਕਦੇ ਨਹੀਂ ਹੈ, ਲਾਈਕ लेटर लेटर दिखाओ ना, फिर लेटर दिखाए कि नहीं? दिखाओ दिखाओ ना सामने रख के लेटर लेटर दिखाओ। एनीवे लेट्स मूव ऑन। जुलाई 2019 ਵਿੱਚ ਵੀ ਤੁਸੀਂ ਕੋਈ ਟੂਰਿਸਟ ਵੀਜ਼ਾ ਅਪਲਾਈ ਕੀਤਾ? ਹਾਂਜੀ ਜੀ। ਜਿਹਨੂੰ ਲੈ ਕੇ ਤੁਹਾਡਾ ਬੈਨ ਹੋ ਗਿਆ ਸੀ, ਉਹ ਕੀ ਚੱਕਰ ਸੀ? ਵਾਟ ਵਾਸ ਦ ਮਿਸਟੇਕ ਦੈਟ ਯੂ ਡਿਡ? ਜੁਲਾਈ 2019 ਦੇ ਵਿੱਚ ਜਦੋਂ ਮੈਂ ਟੂਰਿਸਟ ਵੀਜ਼ਾ, ਰਜ਼ੀਆ ਨੇ ਮੇਰੇ ਲਈ ਇਮੀਗ੍ਰੇਸ਼ਨ, ਇੱਕ ਰਜ਼ੀਆ ਦੇ ਨੋਨ ਹੈ, ਉਹਦੇ ਨਾਲ ਗੱਲ ਕਰੀ ਸੀ। ਉਹਨੇ ਕਿਹਾ ਸੀ ਕਿ ਮੈਂ ਟੂਰਿਸਟ ਵੀਜ਼ਾ ਅਪਲਾਈ ਕਰਾਂਗਾ। ਉਹਦੇ ਵਿੱਚ ਇੱਕ ਕੁਐਸਚਨ ਸੀ ਕਿ ਮੈਨੂੰ ਕਦੇ ਉਸ ਕੰਟਰੀ ਨੇ ਵਾਪਸ ਜਾਣ ਦੇ ਲਈ ਕਿਹਾ ਹੈ। ਉੱਥੇ ਅਸੀਂ ਯੈਸ ਲਿਖਣਾ ਸੀ, ਲੇਕਿਨ ਉੱਥੇ ਨੋ ਲਿਖਾ ਗਿਆ ਜਾਂ ਇਹ ਮਿਸਟੇਕ ਹੋਈ ਹੈ। ਉਸ ਦੇ ਕਰਕੇ ਉਹਨਾਂ ਨੇ ਫਿਰ ਜਦੋਂ ਮੇਰੀ ਐਪਲੀਕੇਸ਼ਨ ਗਈ, ਉਹਨਾਂ ਨੇ 10 ਦਿਨ ਦਾ ਮੈਨੂੰ ਟਾਈਮ ਵੀ ਦਿੱਤਾ ਸੀ ਕਿ ਤੁਸੀਂ ਇਹ 10 ਦਿਨ ਦੇ ਅੰਦਰ ਸਾਨੂੰ ਇਹਦਾ ਆਨਸਰ ਭੇਜ ਸਕਦੇ ਹੋ ਕਿ ਤੁਸੀਂ ਇਹ ਯੈਸ ਦੀ ਥਾਂ ਤੇ ਨੋ ਕਿਉਂ ਲਿਖਿਆ। ਲੇਕਿਨ ਉਹ ਵਕੀਲ ਹੀ ਐਸਾ ਸੀ, ਉਹਨੇ ਰਜ਼ੀਆ ਨੂੰ ਨਾ ਕਦੇ ਫੋਨ ਕਰਕੇ ਦੱਸਿਆ ਕਿ ਤੁਹਾਨੂੰ ਲੈਟਰ ਦਾ ਜਵਾਬ ਮੰਗਿਆ, ਕੁਝ ਮੰਗਿਆ। ਜਿਸ ਦਿਨ ਲਾਸਟ ਦਿਨ ਸੀਗਾ, 9ਵਾਂ ਦਿਨ, ਉਸ ਦਿਨ ਰਜ਼ੀਆ ਨੂੰ ਉਹ ਫੋਨ ਕਰਕੇ ਕਹਿੰਦਾ ਕਿ ਮੈਨੂੰ ਇਹ ਚੀਜ਼ ਦਾ ਆਨਸਰ ਸਤਿਅਮ ਨੂੰ ਕਹੋ ਇੰਡੀਆ ਤੋਂ ਲਿਖ ਕੇ ਦੇਵੇ ਜੀ। You are still banned. You are still banned till August of this year. Why are you here? Your ban will end after about 4 months from now. ਹਾਂਜੀ, ਮੈਂ ਜਦੋਂ ਮੈਨੂੰ ਉਸ ਵਕਤ ਟੂਰਿਸਟ ਵੀਜ਼ਾ ਅਪਲਾਈ ਕਰਿਆ ਸੀ ਤਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਉਸ ਵਕਤ 5 ਸਾਲ ਲਈ ਬੈਨ ਹੋ ਜਾਊਂਗਾ, ਕਿਉਂਕਿ ਮੈਨੂੰ ਉਸ ਵਕਤ ਮੇਰੇ ਜੋ ਵਕੀਲ ਸੀ ਉਸਨੇ ਮੈਨੂੰ ਇਹ ਨਾ ਦੱਸਿਆ ਕਿ ਤੁਸੀਂ ਬੈਨ ਹੋ, ਕੁਝ ਨਹੀਂ। ਉਹਨੇ ਸਿਰਫ ਮੈਨੂੰ ਕਿਹਾ ਕਿ ਤੁਹਾਡਾ ਵੀਜ਼ਾ ਰਿਫਿਊਜ਼ ਹੋ ਗਿਆ ਟੂਰਿਸਟ ਦਾ। ਜਦੋਂ ਮੈਂ ਦੁਬਾਰਾ ਮੇਰਾ ਫਾਈਨਲੀ ਇੰਟਰਵਿਊ ਆਇਆ ਸੀ ਤਾਂ ਮੈਨੂੰ ਉਦੋਂ ਤੁਸੀਂ ਦੱਸਿਆ ਸੀ ਦਿੱਲੀ ਦੇ ਵਿੱਚ ਕਿ ਤੁਸੀਂ ਆਲਰੇਡੀ ਬੈਨ ਹੋ, ਤੁਸੀਂ ਜਾ ਕੇ ਆਪਣੇ ਲਾਇਰ ਚਾਹੇ ਆਪਣੀ ਗੱਲ ਕਰੋ। ਫਿਰ ਮੈਨੂੰ ਜੋ ਸਾਡਾ ਵਕੀਲ ਸੀ ਮਿਸਟਰ ਨਰਨ ਨੇਗਿਨ, ਉਹਨੇ ਮੈਨੂੰ ਕਿਹਾ ਕਿ ਤੁਸੀਂ ਹੁਣ ਬੈਨ ਹੋ, ਤੁਸੀਂ TRP ਟੈਂਪਰੇਰੀ ਰੈਜ਼ੀਡੈਂਸੀ ਵੀਜ਼ਾ ਅਪਲਾਈ ਕਰ ਸਕਦੇ ਹੋ। ਤੇ ਮੈਨੂੰ ਉਹਨੇ ਦੱਸਿਆ ਕਿ ਸਿਰਫ ਬੈਨ ਦੇ ਵਿੱਚ TRP ਹੀ ਵੀਜ਼ਾ ਅਪਲਾਈ ਕਰ ਸਕਦੇ। ਉਹਦੀ ਮੇਰੇ ਕੋਲ ਰਸੀਦ ਵੀ ਹੈ ਮੇਲ ਦੀ, ਜਿਹਦੇ ਵਿੱਚ ਉਹਨੇ ਰਜ਼ੀਆ ਖਾਨ ਤੋਂ ਪੈਸੇ ਲਏ ਨੇ। ਮੇਰੇ ਕੋਲ ਪੈਸੇ ਦੀ ਰਸੀਦ ਹੈ, ਤੁਸੀਂ ਦੇਖ ਸਕਦੇ ਹੋ। ਤੇ ਉਹਨੇ ਮੇਲ ਦੇ ਵਿੱਚ ਡਿਸਕ੍ਰਾਈਬ ਵੀ ਕਰਿਆ ਕਿ ਮੈਂ $200 ਤੁਹਾਡੇ TRP ਅਪਲਾਈ ਕਰਨ ਦੇ ਲੈ ਰਿਹਾ। ਤੇ ਇਹ ਜੋ TRP ਹੈ ਇਹ ਫੈਮਿਲੀ ਸਪਾਂਸਰਸ਼ਿਪ ਦੇ ਹੀ ਬਿਹਾਫ ਤੇ ਅਪਲਾਈ ਹੈ ਜੀ। ਇਸ ਕਰਕੇ ਮੈਨੂੰ ਲੱਗਿਆ ਕਿ ਮੇਰਾ ਵੀਜ਼ਾ TRP ਦਾ ਹੈ ਜੀ। ਔਰ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ ਕਿ TRP ਐਪਲੀਕੇਸ਼ਨ ਪੈਂਡਿੰਗ ਹੈ ਕਿ ਨਹੀਂ ਹੈ? ਕੋਈ ਫਾਈਲ ਨੰਬਰ ਵਗੈਰਾ? ਨਹੀਂ ਜੀ, ਮੇਰੇ ਕੋਲ ਸਿਰਫ ਮਿਸਟਰ ਜੋ ਮੇਰਾ ਵਕੀਲ ਹੈ ਨਰਨ ਨੇਗਿਨ, ਉਹਨੇ ਜੋ ਮੇਲ ਭੇਜੀ ਹੈ ਤੇ ਜੋ ਰਜ਼ੀਆ ਤੋਂ ਪੈਸੇ ਲਏ ਆ ਉਹਦੀ ਰਸੀਦ ਹੈ, ਜਿਹਦੇ ਵਿੱਚ ਉਹਨੇ ਲਿਖਿਆ ਹੈ TRP ਤੇ ਫੈਮਿਲੀ ਸਪਾਂਸਰਸ਼ਿਪ ਦਾ ਵੀਜ਼ਾ ਹੈ ਅਪਲਾਈ ਕਰਨਾ। ਰਜ਼ੀਆ ਆਈ ਕਿਸ ਤਰ੍ਹਾਂ? ਕੈਨੇਡਾ ਕਿਸ ਤਰ੍ਹਾਂ ਪਹੁੰਚੀ? ਕਦੋਂ ਆਈ ਰਜ਼ੀਆ? ਰਜ਼ੀਆ ਫਸਟ ਟਾਈਮ ਕੈਨੇਡਾ ਨਵੰਬਰ 1991 ਦੇ ਵਿੱਚ ਆਈ। ਉਹ ਫਿਜੀ ਤੋਂ ਹੀ ਵਿਆਹ ਕਰਕੇ ਪਰਮਾਨੈਂਟ ਰੈਜ਼ੀਡੈਂਸ ਦੇ ਬਿਹਾਫ ਤੇ ਆਈ। ਫਿਜੀ ਵਿੱਚ ਕੀ ਕਰਦੀ ਸੀ ਉਸ ਵਕਤ? ਮੈਰਿਜ ਤੋਂ ਪਹਿਲਾਂ ਕੀ ਕਰਦੀ ਸੀ ਉੱਥੇ? ਰਜ਼ੀਆ ਮੈਰਿਜ ਤੋਂ ਪਹਿਲਾਂ ਫਿਜੀ ਦੇ ਵਿੱਚ ਐਜ਼ ਅ ਵਰਕਰ ਕੱਪੜੇ ਦੀ ਫੈਕਟਰੀ ਦੇ ਵਿੱਚ ਕੰਮ ਕਰਦੀ ਸੀ। ਓਕੇ, ਐਂਡ ਵਾਟ ਵਾਸ ਦ ਜੌਬ ਇਨ ਕੈਨੇਡਾ ਵੈਨ ਸ਼ੀ ਕੇਮ ਹੇਅਰ ਇਨ 1991? ਜਦੋਂ ਰਜ਼ੀਆ ਕੈਨੇਡਾ ਦੇ ਵਿੱਚ ਆ ਗਈ, ਇਹ ਉਰੇ ਹਾਊਸਕੀਪਿੰਗ ਦਾ ਕੰਮ ਕਰਦੀ ਸੀ ਬੈਸਟ ਵੈਸਟਰਨ ਹੋਟਲ ਦੇ ਵਿੱਚ। What happened to her first marriage? How did the marriage break? ਜੋ ਰਜ਼ੀਆ ਦੀ ਪਹਿਲੀ ਮੈਰਿਜ ਸੀ ਉਹਦੇ ਵਿੱਚ ਜੋ ਉਹਨਾਂ ਦਾ ਘਰ ਵਾਲਾ ਸੀ ਰਿਜ਼ਵਾਨ ਅਲੀ, ਉਹਦਾ ਵਿਆਹ ਤੋਂ ਪਹਿਲਾਂ ਵੀ ਉੱਥੇ ਦੀ ਇੱਕ ਕੁੜੀ ਦੇ ਨਾਲ ਅਫੇਅਰ ਸੀ ਤੇ ਬਾਅਦ ਦੇ ਵਿੱਚ ਰਜ਼ੀਆ ਦੇ ਨਾਲ ਵਿਆਹ ਹੋਣ ਤੋਂ ਬਾਅਦ ਵੀ ਉਹਦਾ ਸਟਿਲ ਉਸ ਕੁੜੀ ਨਾਲ ਅਫੇਅਰ ਸੀ। ਇਸ ਕਰਕੇ ਉਹਨੇ ਰਜ਼ੀਆ ਨੂੰ ਚੀਟਿੰਗ ਕਰਿਆ। ਇਸ ਕਰਕੇ ਉਹਦਾ ਰਜ਼ੀਆ ਦੇ ਨਾਲ ਡਿਵੋਰਸ ਹੋਇਆ। And when did she marry the second time? ਸੈਕਿੰਡ ਟਾਈਮ ਆਫਟਰ 6 ਸਾਲ ਬਾਅਦ ਇਹਨੇ ਅਜ਼ੀਮ ਅਲੀ ਦੇ ਨਾਲ ਵਿਆਹ ਕਰਿਆ 1997 5 ਅਪ੍ਰੈਲ 1997 ਦੇ ਵਿੱਚ। And what happened in the second marriage? ਸੈਕਿੰਡ ਮੈਰਿਜ ਦੇ ਵਿੱਚ ਜੋ ਇਹਨਾਂ ਦੇ ਪੁਰਾਣੇ ਘਰ ਵਾਲਾ ਸੀ ਅਜ਼ੀਮ ਅਲੀ, ਉਹਨੇ ਇਹਦੀ ਸਿਸਟਰ ਦੇ ਨਾਲ ਹੀ ਆਪਣਾ ਅਫੇਅਰ ਚਲਾ ਲਿਆ, ਜਿਸ ਕਰਕੇ ਉਹਨੇ ਰਜ਼ੀਆ ਨੂੰ ਫਿਰ ਤੋਂ ਦੁਬਾਰਾ ਰਜ਼ੀਆ ਦੂਸਰੀ ਵਾਰੀ ਚੀਟਿੰਗ ਹੋਇਆ, ਇਸ ਕਰਕੇ ਉਹਦਾ ਰਜ਼ੀਆ ਦੇ ਨਾਲ ਵਿਆਹ ਨਹੀਂ ਚੱਲਿਆ ਤੇ ਤਲਾਕ ਹੋ ਗਿਆ। ਹੁਣ ਇੱਥੇ ਤੁਸੀਂ ਬਹੁਤ ਵੱਡੀ ਚੀਜ਼ ਮਿਸ ਕਰ ਗਏ ਹੋ। ਇੱਥੇ ਤੁਸੀਂ ਇਮੋਸ਼ਨ ਇੱਕ ਪਾ ਸਕਦੇ ਸੀ ਕਿ ਵੀ ਇੱਕ ਜਨਾਨੀ 2 ਵਾਰ ਆਪਣੀ ਮੈਰਿਜ ਤੇ ਧੋਖਾ ਖਾ ਚੁੱਕੀ ਹੈ
ਤੇ ਸੋਚੋ ਕਿ ਵੀ ਕਿੰਨੀ ਮੁਸ਼ਕਿਲ ਨਾਲ ਉਹ ਤੀਸਰੇ ਇੱਕ ਆਦਮੀ ਦੀ ਤਲਾਸ਼ ਕਰ ਰਹੀ ਹੈ ਤੇ ਉਹ ਬਾਹਰ ਬੈਠੀ ਹੈ, ਬੁਲਾ ਕੇ ਉਹਦੀ ਜ਼ੁਬਾਨੀ ਸੁਣੀ ਲਓ, ਉਹਦੀ ਕਹਾਣੀ, ਉਹ ਦੁਖਿਆਰੀ ਦੀ ਕਹਾਣੀ ਸੁਣੀ ਲਓ। ਤੁਸੀਂ ਇਹ ਇਸ ਵਕਤ ਕਹਿ ਸਕਦੀ ਤੁਸੀਂ ਨਹੀਂ ਕਿਹਾ। ਬੋਲੋ ਇਸ ਚੀਜ਼ ਨੂੰ, ਬੋਲੋ। ਦੇਖੋ, ਜਸਟ ਯੂ ਹੈਵ ਟੂ ਪੁੱਟ ਇਮੋਸ਼ਨ, ਦਿਲ ਤੇ ਦਰਦ ਪੈਦਾ ਕਰ ਰਿਹਾ ਹੈ, ਬੋਲੋ ਇਹਨੂੰ। ਜਦੋਂ ਰਜ਼ੀਆ ਦਾ ਪਹਿਲਾ ਵਿਆਹ ਉਹਦਾ ਰਿਜ਼ਵਾਨ ਅਲੀ ਦੇ ਨਾਲ ਹੋਇਆ, ਉਹਨੇ ਵੀ ਰਜ਼ੀਆ, ਉਹਦਾ ਕੈਨੇਡਾ ਦੇ ਵਿੱਚ ਹੀ ਪਹਿਲਾਂ ਇੱਕ ਅਫੇਅਰ ਚੱਲ ਰਿਹਾ ਸੀ ਤੇ ਆਫਟਰ ਵਿਆਹ ਤੋਂ ਬਾਅਦ ਵੀ ਰਜ਼ੀਆ ਦੇ ਵਿਆਹ ਤੋਂ ਬਾਅਦ ਵੀ ਉਹਦਾ ਅਫੇਅਰ ਚੱਲਦਾ ਰਿਹਾ। ਉਹਦਾ ਉਸ ਵਕਤ ਅਫੇਅਰ ਕਰਕੇ ਪਹਿਲੀ ਮੈਰਿਜ ਟੁੱਟ ਗਈ। ਉਸ ਤੋਂ ਬਾਅਦ ਰਜ਼ੀਆ ਨੇ ਦੁਬਾਰਾ ਮੈਰਿਜ ਕਰੀ ਅਜ਼ੀਮ ਅਲੀ ਦੇ ਨਾਲ, ਉਹਨੇ ਵੀ ਰਜ਼ੀਆ ਨੂੰ ਚੀਟ ਕਰਿਆ, ਜਿਸ ਕਰਕੇ ਇੱਕ ਲੇਡੀਜ਼ ਦਾ 2 ਵਾਰੀ ਦਿਲ ਟੁੱਟਣਾ, 2 ਵਾਰੀ ਮੈਰਿਜ ਟੁੱਟਣੀ, ਕਿੰਨਾ ਮੁਸ਼ਕਿਲ ਹੋਇਆ ਹੋਵੇਗਾ ਉਹਨੂੰ ਅਗਲੀ ਵਾਰੀ ਵੀ ਲੱਭਣਾ। ਤੁਸੀਂ ਰਜ਼ੀਆ ਬਾਹਰ ਹੀ ਬੈਠੀ ਹੈ, ਉਹਨੂੰ ਵੀ ਬੁਲਾ ਕੇ ਉਹਦੀ ਜਵਾਨੀ ਉਹਦੀ ਤੁਸੀਂ ਸੁਣ ਸਕਦੇ ਹੋ ਕਿ ਉਹਨੂੰ ਕਿੰਨਾ ਤਕਲੀਫ ਹੋਈ ਹੋਵੇਗੀ। ਤੁਹਾਡੀ ਵਾਈਫ ਕਰਦੀ ਕੀ ਹੈ ਇਸ ਵਕਤ ਕੈਨੇਡਾ, ਕੀ ਹੈ, ਵਾਟ ਇਜ਼ ਦ ਸੋਰਸ ਆਫ ਇਨਕਮ? ਇਸ ਵਕਤ ਤਾਂ ਰਾਈਟ ਨਾਓ ਮੇਰੀ ਜੋ ਘਰ ਵਾਲੀ ਹੈ ਕੈਨੇਡਾ ਦੇ ਵਿੱਚ ਡਿਸਏਬਿਲਿਟੀ ਤੇ ਹੈ, ਕਿਉਂਕਿ ਉਹਨੂੰ ਬੈਕ ਦੀ ਪ੍ਰੋਬਲਮ ਹੋ ਗਈ ਸੀ, ਇਸ ਕਰਕੇ ਡਾਕਟਰ ਨੇ ਉਹਨੂੰ ਕੰਮ ਕਰਨ ਤੋਂ ਮਨਾ ਕਰ ਦਿੱਤਾ ਹੈ। ਇਹ ਡਾਕਟਰ ਦਾ ਨੋਟ ਵੀ ਹੈ ਤੇ ਆ ਡਿਸਏਬਿਲਿਟੀ ਤੋਂ ਜੋ ਉਹਨੇ ਆਪਣਾ ਉਹਨੂੰ ਪੈਸੇ ਆ ਰਹੇ ਉਹਦਾ ਨੋਟ ਹੈ। ਉਸ ਤੋਂ ਪਹਿਲਾਂ ਉਹ ਬੈਸਟ ਵੈਸਟਰਨ ਹੋਟਲ ਦੇ ਵਿੱਚ ਕੰਮ ਕਰਦੀ ਸੀ। What is your source of income? What do you do in India? ਮੈਂ ਆਪਣੇ ਇੰਡੀਆ ਦੇ ਵਿੱਚ ਆਪਣੇ ਫਾਦਰ ਸਾਹਿਬ ਦੇ ਨਾਲ ਇੱਕ ਕੰਸਟਰਕਸ਼ਨ ਬਿਜ਼ਨਸ ਕਰਦੇ ਹਾਂ, ਜਿਹਦਾ ਕਿ ਸਾਡੀ ਫਰਮ ਦਾ ਨਾਮ ਸਤਿਅਮ ਬਿਲਡਰ ਹੈ। ਅਸੀਂ ਬਰਧਮਾਨ ਦੇ ਵਿੱਚ ਹੀ ਸਿਰਫ ਕੰਮ ਕਰਦੇ ਹਾਂ, ਲਿਮਟਿਡ ਫੈਕਟਰੀਆਂ ਦੇ ਵਿੱਚ। ਮੇਰੇ ਕੋਲ ਇੱਥੇ ਕੰਸਟਰਕਸ਼ਨ ਦੀ ਨੌਲੇਜ ਹੈ ਤੇ ਮੈਂ ਕੰਸਟਰਕਸ਼ਨ ਦੀ ਸਪੈਸ਼ਲੀ ਅਸੀਂ ਫਾਊਂਡੇਸ਼ਨ ਦਾ ਪ੍ਰੋਜੈਕਟ ਕਰਦੇ ਹਾਂ ਜਾਂ ਫਲੈਟ ਵਗੈਰਾ ਦੇ। ਇੱਥੇ ਫਿਰ ਤੁਸੀਂ ਮਿਸ ਕਰ ਗਏ ਬੋਲਣਾ ਇਮੋਸ਼ਨ, ਕਿ ਵੀ ਅਸੀਂ ਪਤੀ ਪਤਨੀ ਨੇ ਪਲੈਨਿੰਗ ਕੀਤੀ ਹੋਈ ਹੈ ਕਿ ਜੇ ਮੈਂ ਕੈਨੇਡਾ ਪਹੁੰਚ ਕੇ ਉੱਥੇ ਕੰਸਟਰਕਸ਼ਨ ਇੰਡਸਟਰੀ ਵਿੱਚ ਕੰਮ ਕਰਾਂਗਾ, ਕਿਉਂਕਿ ਕੰਸਟਰਕਸ਼ਨ ਇੰਡਸਟਰੀ ਵਿੱਚ ਸ਼ਾਰਟੇਜ ਹੈ ਵਰਕਰਾਂ ਦੀ। ਤੁਸੀਂ ਇੱਥੇ ਫਿਰ ਭੁੱਲ ਗਏ। You can connect this together and tell them this is a joint planning. ਬੋਲੋ ਇਸ ਚੀਜ਼ ਨੂੰ ਦੁਬਾਰਾ ਬੋਲੋ। What do you do? What is the profession in India? ਮੈਂ ਇੰਡੀਆ ਦੇ ਵਿੱਚ ਤਾਂ ਕੰਸਟਰਕਸ਼ਨ ਦਾ ਕੰਮ ਕਰਦਾ ਆਪਣੇ ਫਾਦਰ ਸਾਹਿਬ ਦੇ ਨਾਲ। ਮੈਂ ਉਰੇ ਅਸੀਂ ਬਰਦਵਾਨ ਦੇ ਵਿੱਚ ਕੰਮ ਕਰਦੇ ਹਾਂ ਕੰਸਟਰਕਸ਼ਨ ਦਾ। ਰਜ਼ੀਆ ਨੇ ਮੇਰੇ ਕੰਸਟਰਕਸ਼ਨ ਦੇ ਤਜਰਬੇ ਨੂੰ ਦੇਖਦੇ ਹੋਏ ਆਲਰੇਡੀ ਹੀ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਦੇ ਰਿਗਾਰਡਿੰਗ ਕੰਮ ਦਾ ਸੋਚਿਆ ਹੋਇਆ ਹੈ ਤੇ ਮੈਂ ਚਾਹੁੰਦਾ ਹਾਂ ਕਿ ਮੈਂ ਅੱਗੇ ਜਾ ਕੇ ਫਿਊਚਰ ਦੇ ਵਿੱਚ ਆਪਣੇ ਪੁਰਾਣੇ ਇੰਡੀਆ ਦੇ ਤਜਰਬੇ ਨੂੰ ਦੇਖਦੇ ਹੋਏ ਮੈਂ ਕੈਨੇਡਾ ਦੇ ਵਿੱਚ ਕੰਸਟਰਕਸ਼ਨ ਦਾ ਹੀ ਕੰਮ ਕਰਾਂ। ਤੁਹਾਡੇ ਆਪਸ ਵਿੱਚ ਕੀ ਕਰੈਕਸ਼ਨ ਹੈ? ਕੋਈ ਡਾਕੂਮੈਂਟੇਸ਼ਨ ਵਿੱਚ ਸੇਮ ਐਡਰੈਸ ਵਾਲਾ ਕੁਝ ਹੈ? ਤੁਸੀਂ ਇੱਕ ਦੂਜੇ ਪੈਸੇ ਭੇਜੇ, ਉਹਨੂੰ ਪੈਸੇ ਤੁਹਾਨੂੰ ਭੇਜੇ, ਕੋਈ ਕਮਿਊਨੀਕੇਸ਼ਨ ਹੈ, ਕੋਈ ਸਬੂਤ ਹੈ ਕੁਝ? ਹਾਂਜੀ, ਮੇਰੇ ਕੋਲ ਪੈਸਿਆਂ ਦਾ ਤਾਂ ਕੋਈ, ਅਸੀਂ ਕਦੇ ਇੱਕ ਦੂਸਰੇ ਨੂੰ ਪੈਸੇ ਨਹੀਂ ਭੇਜੇ, ਪਰ ਅਸੀਂ WhatsApp ਦੇ ਉੱਤੇ ਹਮੇਸ਼ਾ ਇੱਕ ਦੂਸਰੇ ਨਾਲ ਚੈਟ ਕਰਦੇ ਰਹਿੰਦੇ ਹਾਂ। WhatsApp ਤੇ ਮੈਂ ਉਹਨੂੰ ਵੀਡੀਓ ਕਾਲ ਕਰਦਾ ਰਹਿਣਾ, ਜਿਹਦੇ ਕਿ ਮੈਂ ਆ WhatsApp ਦੀ ਚੈਟ ਪ੍ਰਿੰਟ ਆਊਟ ਕਢਾ ਕੇ ਲੈ ਕੇ ਆਇਆ, ਤੁਸੀਂ ਦੇਖ ਸਕਦੇ ਹੋ। ਇਹ ਮੇਰੇ ਕੋਲ 2020 ਤੋਂ ਲੈ ਕੇ ਹੁਣ ਤੱਕ ਸਟਿਲ ਰਜ਼ੀਆ ਦੇ ਨਾਲ ਫੇਸ ਟਾਈਮ WhatsApp ਤੇ ਗੱਲ ਕਰਦੇ ਹੋਏ ਤੇ ਸਕਰੀਨਸ਼ਾਟ ਨੇ। ਆ ਸਾਰੀ ਕਾਲ ਮੈਂ ਪ੍ਰਿੰਟ ਆਊਟ ਕਢਵਾ ਕੇ ਲੈ ਕੇ ਆਇਆ, ਤੁਸੀਂ ਦੇਖ ਸਕਦੇ ਹੋ। ਸਰ ਤੁਸੀਂ ਫਿਰ ਭੁੱਲ ਗਏ ਹੋ। ਤੁਹਾਨੂੰ ਮੈਂ ਕੱਲ ਕਿਹਾ ਸੀ ਕਿ ਵੀ ਅਸੀਂ ਚਾਹੁੰਦੇ ਸੀ ਕਿ ਵੀ ਜਦੋਂ ਆਈ ਸੀ ਇੰਡੀਆ ਅਸੀਂ ਜੁਆਇੰਟ ਅਕਾਊਂਟ ਖੁਲਵਾਈਏ, ਕਿਉਂਕਿ ਉਹ ਫੋਰਨ ਸਿਟੀਜ਼ਨ ਹੈ, ਉਹਦੇ ਕੋਲ ਉਸੇ ਕਾਰਡ ਨਹੀਂ ਹੈ, ਅਸੀਂ ਜੁਆਇੰਟ ਅਕਾਊਂਟ ਨਹੀਂ ਖੋਲ ਸਕੇ। ਹਾਂਜੀ ਉਹ ਸਰ ਮੈਂ ਹੁਣ ਬੋਲਦਾ ਅੰਦਰ ਦੁਬਾਰਾ, ਉਹ ਮੇਰੇ ਦਿਮਾਗ 'ਚ ਸਕਿਪ ਬੋਲੋ। ਹਾਂ ਬੋਲੋ। ਮੈਂ ਜਦੋਂ ਰਜ਼ੀਆ ਫਸਟ ਟਾਈਮ ਇੰਡੀਆ ਆਈ ਸੀ ਤਾਂ ਅਸੀਂ ਚਾਹੁੰਦੇ ਸੀ ਕਿ ਮੈਂ ਚਾਹੁੰਦਾ ਸੀ ਕਿ ਰਜ਼ੀਆ ਤੇ ਮੇਰਾ ਦੋਨਾਂ ਦਾ ਬੈਂਕ ਅਕਾਊਂਟ ਇਕੱਠਾ ਖੁੱਲੇ ਤੇ ਮੈਂ ਰਜ਼ੀਆ ਨੂੰ ਲੈ ਕੇ ਬੈਂਕ ਗਿਆ। ਉੱਥੇ ਬੈਂਕ ਵਾਲਿਆਂ ਨੇ ਮੈਨੂੰ ਦੱਸਿਆ ਕਿ ਕਿਉਂਕਿ ਰਜ਼ੀਆ ਦਾ ਪਾਸਪੋਰਟ ਇੰਡੀਆ ਦਾ ਹੈ ਨਹੀਂ ਤੇ ਬਾਹਰ ਦਾ ਹੈ, ਇਸ ਕਰਕੇ ਉਹਨੂੰ OCI ਕਾਰਡ ਪਹਿਲਾਂ ਬਣਾਉਣਾ ਪਏਗਾ, ਤਾਂ ਹੀ ਉਹਦਾ ਇੰਡੀਆ ਦੇ ਵਿੱਚ ਬੈਂਕ ਦਾ ਖਾਤਾ ਖੁੱਲ ਸਕਦਾ ਹੈ। ਉਸ ਵਕਤ ਮੇਰੀ ਮੈਰਿਜ ਨੂੰ ਹਜੇ 2 ਸਾਲ ਹੀ ਹੋਏ ਸੀ ਤੇ ਅਸੀਂ ਉਸ ਵਕਤ OCI ਕਾਰਡ ਬਣਵਾ ਨਹੀਂ ਸਕੇ। ਇਸ ਕਰਕੇ ਰਜ਼ੀਆ ਦੇ ਨਾਲ ਮੇਰਾ ਕੋਈ ਵੀ ਉਰੇ ਇੰਡੀਆ ਦੇ ਵਿੱਚ ਲੀਗਲ ਬੈਂਕ ਅਕਾਊਂਟ ਵਗੈਰਾ ਦੇ ਵਿੱਚ ਨਾਮ ਹੈ ਨਹੀਂ। ਤੇ ਮੈਂ ਹਾਂਜੀ, ਤੇ ਹੋਰ ਇੱਕ ਕੁਐਸਚਨ ਕੀ ਸੀਗਾ ਜੀ? ਇੱਕ ਮਿੰਟ। ਤੁਸੀਂ ਜੁਆਇੰਟ ਤੁਸੀਂ ਕੁਝ ਕੀਤਾ ਆਪਣੇ, ਜੁਆਇੰਟ ਰਹੇ ਹੋ ਤੁਸੀਂ, ਇੰਨਾ ਟਾਈਮ ਰਹੇ ਹੋ, ਕੁਝ ਕੀਤਾ ਤੁਸੀਂ ਡਾਕੂਮੈਂਟੇਸ਼ਨ ਵਗੈਰਾ ਬਣਾਏ ਇਕੱਠੇ ਕਿ ਨਹੀਂ? ਹਾਂਜੀ, ਇਸ ਕਰਕੇ ਅਸੀਂ ਇਹ ਲੀਗਲ ਪ੍ਰੋਬਲਮ ਕਰਕੇ ਤੇ ਜੋ OCI ਦਾ ਵੀ ਕਾਰਡ ਹੈ ਉਹਨੂੰ ਵੀ ਐਟਲੀਸਟ 2 ਤੋਂ 3 ਸਾਲ ਮੈਰਿਜ ਹੋਣਾ ਜ਼ਰੂਰੀ ਹੈ, ਜਿਸ ਕਰਕੇ OCI ਕਾਰਡ ਬਣੇਗਾ। OCI ਕਾਰਡ ਬਣਨ ਤੋਂ ਬਾਅਦ ਹੀ ਉਹ ਮੇਰੇ ਨਾਲ ਕਿਸੇ ਵੀ ਜੁਆਇੰਟ ਬੈਂਕ ਦੇ ਵਿੱਚ ਜਾਂ ਮੇਰੇ ਕਿਸੇ ਨਾਲ ਇਕੱਠਾ ਹੀ ਡਾਕੂਮੈਂਟ ਦੇ ਵਿੱਚ ਹੋ ਸਕਦਾ ਹੈ। ਉਸ ਤੋਂ ਬਾਅਦ ਅਸੀਂ ਇੱਕ ਦੂਸਰੇ ਨੂੰ ਕਦੇ ਕੋਈ ਪੈਸੇ ਲੈਣ ਦੇਣ ਦਾ ਨਹੀਂ ਕਰਿਆ ਜੀ।
ਮੈਨੂੰ एक गल समझ नहीं आई. I still don't understand. Why did you marry somebody who is 20 years senior to you? She already has adult children. She is from a different religion. You could have easily married, come back from Canada to here. You easily married somebody of your same age in India who is not married at all. Can you explain me the reason why? What was so important for you to marry her? ਜਦੋਂ ਮੈਂ ਆਲਰੇਡੀ ਇਹ ਸਰ ਮੇਰੀ ਜੋ ਮੈਂ ਤੁਹਾਨੂੰ ਇਹ ਐਕਸਪਲੇਨ ਕਰਨ ਲੱਗਿਆ, ਇਹ ਸਟੋਰੀ ਮੇਰੀ ਥੋੜੀ ਜਿਹੀ ਲੰਬੀ ਹੋਏਗੀ, ਮੈਨੂੰ 2-3 ਮਿੰਟ ਲੱਗਣਗੇ, ਮੈਂ ਤੁਹਾਨੂੰ ਇਹ ਐਕਸਪਲੇਨ ਬਰੀਫਲੀ ਕਰ ਰਿਹਾ ਬਾਈ। ਮੈਂ ਜਦੋਂ ਕੈਨੇਡਾ ਦੇ ਵਿੱਚ ਸੀ, ਉੱਥੇ ਮੇਰਾ ਵਰਕ ਪਰਮਿਟ ਖਰਾਬ ਹੋ ਗਿਆ ਸੀ ਤੇ ਮੈਂ ਬਹੁਤ ਹੀ ਆਰਥਿਕ ਤੰਗੀਆਂ ਦੇ ਵਿੱਚ ਉੱਥੇ ਤੰਗੀਆਂ ਦੇ ਵਿੱਚ ਸੀ, ਜਿੱਥੇ ਕਿ ਮੇਰੀ ਰਜ਼ੀਆ ਦੇ ਨਾਲ ਜਦੋਂ ਮੁਲਾਕਾਤ ਹੋਣੀ ਸ਼ੁਰੂ ਹੋ ਗਈ, ਅਸੀਂ ਦੋਨੋਂ ਇੱਕ ਦੂਸਰੇ ਨਾਲ ਮਿਲ ਮਿਲਾਪ ਸ਼ੁਰੂ ਹੋ ਗਿਆ ਤੇ ਰਜ਼ੀਆ ਨੇ ਮੈਨੂੰ ਆਪਣਾ ਸਾਰਾ ਕੁਝ ਦੁੱਖ ਦੱਸਦੇ ਹੋਏ ਮੈਂ ਵੀ ਆਪਣੇ ਦੁੱਖ ਸ਼ੇਅਰ ਕਰਨੇ ਇੱਕ ਦੂਸਰੇ ਦੇ ਨਾਲ। ਉਸ ਵਕਤ ਜਦੋਂ ਲੀਗਲ ਐਡਵਾਈਸ ਦੇ ਮੈਨੂੰ ਕਿਸੇ ਦੀ ਲੋੜ ਸੀ, ਉਹ ਸਿਰਫ ਉਸ ਵਕਤ ਰਜ਼ੀਆ ਹੀ ਸੀ ਜਿਹਨੇ ਮੈਨੂੰ ਹਰ ਚੀਜ਼ ਦੇ ਲਈ ਉੱਥੇ ਗਾਈਡ ਕਰਿਆ, ਮੈਨੂੰ ਉੱਥੇ ਇਹਨੇ ਉਸ ਬਾਰੇ ਦੱਸਿਆ। ਅਸੀਂ ਦੋਨੋਂ ਇੱਕ ਦੂਸਰੇ ਨਾਲ ਇੰਨਾ ਦੁਖੀ ਹੁੰਦੇ ਸੀ, ਇਕੱਲੇ ਸੀ, ਜਦੋਂ ਅਸੀਂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਗੱਲਾਂ ਸ਼ੇਅਰ ਕਰਦੇ ਸੀ, ਸਾਨੂੰ ਦੋਨਾਂ ਨੂੰ ਇੱਕ ਦੂਸਰੇ ਦਾ ਸਾਥ ਇੰਨਾ ਵਧੀਆ ਲੱਗਦਾ ਸੀ ਕਿ ਮੈਂ ਕਦੇ ਇਹਦਾ ਨਾ ਹੀ ਰਿਲੀਜਨ ਦੇਖਿਆ ਤੇ ਨਾ ਹੀ ਧਰਮ ਦੇਖਿਆ। ਇਹ ਆਲਰੇਡੀ ਹੀ ਮੁਸਲਮਾਨ ਹੋ ਕੇ ਈਵਨ ਕਿ ਇਹ ਮੰਦਿਰ ਦੇ ਵਿੱਚ ਸੇਵਾ ਕਰਨ ਆਉਂਦੀ ਸੀ, ਮੈਂ ਉੱਥੇ ਰੋਟੀ ਖਾਣ ਗਿਆ। ਇਹ ਤਾਂ ਪ੍ਰਮਾਤਮਾ ਦੀ ਹੀ ਤੋਹਫਾ ਹੈ ਸਾਨੂੰ ਕਿ ਅਸੀਂ ਦੋਨੋਂ ਇੱਕ ਦੂਸਰੇ ਨੂੰ ਮਿਲ ਸਕੇ, ਉੱਥੇ ਗੱਲਬਾਤ ਕਰ ਸਕੇ। ਇਹਦੇ ਸਾਨੂੰ ਪ੍ਰਮਾਤਮਾ ਤੋਂ ਵੱਧ ਕੇ ਸਾਡੇ ਲਈ ਇਹ ਤੋਹਫਾ ਸਭ ਤੋਂ ਵੱਡਾ ਤੋਹਫਾ ਸੀ ਮੇਰੇ ਲਈ ਰਜ਼ੀਆ, ਕਿ ਉੱਥੇ ਮਿਲਣਾ। ਫਿਰ ਅਸੀਂ ਜਦੋਂ ਸਾਨੂੰ ਦੋਨਾਂ ਨੂੰ ਇੱਕ ਦੂਸਰੇ ਦਾ ਸਾਥ ਇੰਨਾ ਜ਼ਿਆਦਾ ਵਧੀਆ ਲੱਗਣ ਲੱਗ ਗਿਆ, ਇੱਕ ਦੂਸਰੇ ਨਾਲ ਅਸੀਂ ਘੁੰਮਣਾ ਫਿਰਨਾ ਸ਼ੁਰੂ ਕਰ ਦਿੱਤਾ। ਫਿਰ ਮੈਨੂੰ ਰਜ਼ੀਆ ਹੌਲੀ ਹੌਲੀ ਆਪਣੇ ਘਰੇ ਵੀ ਲੈ ਕੇ ਜਾਣ ਲੱਗ ਗਈ, ਜਿੱਥੇ ਕਿ ਉੱਥੇ ਮੈਨੂੰ ਰਜ਼ੀਆ ਦੇ ਬੱਚਿਆਂ ਦੇ ਨਾਲ ਮੁਲਾਕਾਤ ਹੋਈ। ਉਹਨਾਂ ਦੇ ਬੱਚੇ ਵੀ ਬਹੁਤ ਹੀ ਜ਼ਿਆਦਾ ਮੇਰੀ ਰਿਸਪੈਕਟ ਕਰਦੇ ਸੀ, ਨਾਈਸ ਵੇ ਮਿਲਣਾ। ਤੇ ਫਿਰ ਮੈਨੂੰ ਰਜ਼ੀਆ ਨੇ ਉੱਥੇ ਪ੍ਰਪੋਜ਼ ਵੀ ਕਰਿਆ, ਅਸੀਂ ਇਕੱਠੇ ਰਹੇ ਹਾਂ ਇੱਕ ਛੱਤ ਦੇ ਥੱਲੇ। ਸਾਨੂੰ ਦੋਨਾਂ ਨੂੰ ਇੱਕ ਦੂਜੇ ਦਾ ਸਾਥ ਇੰਨਾ ਵਧੀਆ ਲੱਗਦਾ ਸੀ ਕਿ ਅਸੀਂ ਦੋਨੋਂ ਜਾਣਿਆਂ ਨੇ ਇਕੱਠੇ ਹੀ ਜਨਮ ਮਰਨ ਦੀਆਂ ਕਸਮਾਂ ਖਾਧੀਆਂ ਤੇ ਇਕੱਠੇ ਹੀ ਅਸੀਂ ਰਹਿਣਾ ਹੈ। ਨਾਲੇ ਕੈਨੇਡਾ ਦੇ ਵਿੱਚ ਹਰ ਇੱਕ ਦਾ ਕਿਸੇ ਨਾ ਕਿਸੇ ਦੇ ਨਾਲ ਕੋਈ ਚੱਕਰ ਚੱਲਦਾ ਹੀ ਹੈ, ਰਹਿੰਦਾ ਹੀ ਹੈ। ਮੈਨੂੰ ਜ਼ਰੂਰੀ ਨਹੀਂ ਹੈ ਕਿ ਜੋ ਮੈਨੂੰ ਮਿਲਦਾ, ਮੇਰੇ ਨਾਲ ਜਿਹਦੀ ਗੱਲਬਾਤ ਹੁੰਦੀ, ਉਹਦਾ ਕੋਈ ਚੱਕਰ ਨਾ ਹੁੰਦਾ ਜਾਂ ਉਹਦਾ ਮੇਰੇ ਨਾਲ ਦਿਲ ਮਿਲਦਾ। चलो, it's okay. It's okay. ठीक है. So if you don't get the visa today, what is your future plan? ਜੇ ਮੈਨੂੰ ਅੱਜ ਵੀਜ਼ਾ ਨਹੀਂ ਮਿਲੂਗਾ, ਮੈਂ ਤਾਂ ਰਜ਼ੀਆ ਨਾਲ ਵਿਆਹ ਕਰਿਆ ਹੀ ਹੈ, ਅਸੀਂ ਦੋਨਾਂ ਨੇ ਇਕੱਠਿਆਂ ਨੇ ਹੀ ਰਹਿਣਾ ਹੈ, ਜੀਣ ਮਰਨ ਦੀਆਂ ਕਸਮਾਂ ਖਾਧੀਆਂ ਨੇ। ਨਹੀਂ ਵੀਜ਼ਾ ਮਿਲੇਗਾ, ਮੈਂ ਰਜ਼ੀਆ ਨੂੰ ਇੰਡੀਆ ਦੇ ਆਪਣੇ ਘਰੇ ਰੱਖੂੰਗਾ, ਇੱਥੇ ਦਾ ਉਹਦਾ OCI ਕਾਰਡ ਜਾਂ ਇੱਥੇ ਉਹਦਾ ਅਪਲਾਈ ਕਰਾਉਂਗਾ, ਇੰਡੀਆ ਹੀ ਮੇਨ ਨਾਲ ਰਹੇਗੀ ਵੀਰੇ। Okay, thank you. That's the end of the interview. All right, just